ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਅਸੀਂ ਹਾਜ਼ਰ ਹਾਂ ਹਰ ਰੋਜ਼ ਦੀ ਤਰ੍ਹਾਂ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਚੜ੍ਹਦੀ ਕਲਾ, ਜ਼ਿੰਦਾਬਾਦ। ਮੌਸਮ ਕਿਵੇਂ ਹੈ? ਮੌਸਮ ਪੰਜਾਬ ਦਾ ਗਰਮ ਹੈ ਜੀ। ਪੰਜਾਬ ਦੇ ਵਿੱਚ ਗਰਮੀ ਜਿਹੜੀ ਆ ਭੜਾਸ ਜੀ ਫੇਰ ਧਰਤੀ ਦੇ ਵਿੱਚੋਂ ਨਿਕਲਦੀ ਹੈ ਜੀ। ਮੀਂਹ ਪੈਣ ਤੋਂ ਬਾਅਦ ਇਹੋ ਜਿਹਾ ਮੌਸਮ ਫੇਰ ਬਣ ਜਾਂਦਾ, ਪਰ ਉਹਦਾ ਰਾਤਾਂ ਹੁਣ ਠੰਡੀਆਂ ਹੋਣ ਲੱਗ ਪਈਆਂ ਜੀ। ਦਿਨ ਦੇ ਵੇਲੇ ਧੁੱਪ ਨਿਕਲਦੀ ਹੈ, ਥੋੜੀ ਜਿਹੀ ਤਿੱਖੀ ਵੀ ਲੱਗਦੀ ਹੈ। ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਿਤੋਂ ਵੀ ਮੀਂਹ ਕਣੀ ਦੀ ਖਬਰ ਨਹੀਂ ਆਈ ਤੇ ਸ਼ਾਇਦ ਆਉਂਦੇ 24 ਘੰਟਿਆਂ ਦੇ ਵਿੱਚ ਹੋਰ ਨਾ ਇਹੋ ਜਿਹੀ ਖਬਰ ਮਿਲੇ ਮੌਸਮ ਵਿਭਾਗ ਦੇ ਅੰਦਾਜ਼ੇ ਮੁਤਾਬਕ। ਜੀ ਬਿਲਕੁਲ। ਤੇ ਇਸ ਵੇਲੇ ਮੀਂਹ ਦੀ ਲੋੜ ਵੀ ਬਿਲਕੁਲ ਨਹੀਂ ਹੈਗੀ ਕਿਉਂਕਿ ਝੋਨਾ ਜਿਹੜਾ ਉਹ ਕਈ ਥਾਵਾਂ ਤੇ ਪੱਕ ਚੁੱਕਿਆ ਹੈ ਤੇ ਪੱਕਣ ਕੰਢੇ ਵੀ ਹੈ। ਸੋ ਇਸ ਲਈ ਮੰਡੀਆਂ ਦੇ ਵਿੱਚ ਵੀ ਹੁਣ ਤਾਂ ਜਾਣਾ ਸ਼ੁਰੂ ਹੋ ਗਿਆ। ਇਸ ਲਈ ਮੀਂਹ ਕਣੀ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ। ਤੇ ਆਪਾਂ ਚੱਜ ਦੇ ਵਿਚਾਰ ਦੀ ਸਾਂਝ ਪਾਈਏ। ਦੇਖੋ, ਚੱਜ ਦਾ ਵਿਚਾਰ ਨਾ ਹਿੰਦੀ ਦੇ ਵਿੱਚ ਆ ਤੇ ਅੱਜ ਦੇ ਪ੍ਰਸੰਗ ਦੇ ਵਿੱਚ ਬਿਲਕੁਲ ਠੀਕ ਤੇ ਢੁਕਵਾਂ ਜੀ, ਕਿਉਂਕਿ ਸਾਡੀਆਂ ਹਕੂਮਤਾਂ ਨੇ ਜੋ ਕੁਝ ਇਸ ਵਕਤ ਸਾਡੇ ਉੱਤੇ ਵਰਾਉਣਾ ਸ਼ੁਰੂ ਕੀਤਾ, ਜੋ ਕਹਿਰ ਕਮਾਉਣਾ ਸ਼ੁਰੂ ਕੀਤਾ, ਇਹ ਉਹਦੇ ਨਾਲ ਜੁੜਿਆ ਹੋਇਆ ਕਿ ਫੂਲ ਮਾਲੀ ਨੇ ਤੋੜਾ ਤਾਂ ਕੋਈ ਰੋਇਆ ਹੀ ਨਹੀਂ। ਫੂਲ ਮਾਲੀ ਨੇ ਤੋੜਾ तो कोई रोया ही नहीं, मगर उस बाग का पत्ता पत्ता रात को सोया ही नहीं। वाह। कहने का भाव यह है भी ये जो लोग शेर लिख रहे हैं क्योंकि सोशल मीडिया के उत्ते लोग अपनी वेदना का प्रगटावा करते हैं, लोग अपने वैराग का प्रगटावा करते हैं। हकूमत नूं इस तरीके दे नाल हर कोई अपना उत्तर देने की कोशिश दे विच है। दुख इस गल दा भी जिन्हां नूं चुनिया ਉਹਨਾਂ ਨੂੰ ਦਿਸਦਾ ਨਹੀਂ, ਉਹਨਾਂ ਦੀਆਂ ਅੱਖਾਂ ਨੂੰ ਪਤਾ ਨਹੀਂ ਕੀ ਹੋ ਗਿਆ, ਉਹਨਾਂ ਦੇ ਪਤਾ ਨਹੀਂ ਕਿਹੜੇ ਇਸ ਵੇਲੇ ਖੋਪੇ ਚੜ ਗਏ ਆ। ਨਜ਼ਰ ਹੀ ਨਹੀਂ ਆਉਂਦਾ ਵੀ ਯੂਪੀ ਦੇ ਵਿੱਚ ਕੀ ਕੁਝ ਹੋ ਰਿਹਾ, ਦੇਸ਼ ਦੇ ਕਿਸਾਨ ਕਿਵੇਂ ਬੈਠੇ। ਮੈਂ ਅੱਜ ਜਿਵੇਂ ਜਿਵੇਂ ਸਵੇਰੇ ਖਬਰਾਂ ਪੜ੍ਹੀ ਗਿਆ ਨਾ, ਉਵੇਂ ਉਵੇਂ ਮਨ ਝੰਜੋੜਿਆ ਜਾ ਇਸ ਕਦਰ ਗਿਆ ਵੀ ਚਿੱਤ ਕਰਦਾ ਵੀ ਅੱਜ ਗੱਲ ਹੀ ਨਾ ਕਰੀਏ ਜੋ ਕੁਝ ਇਸ ਵਕਤ ਵਾਪਰ ਰਿਹਾ। ਮੈਂ ਅੱਜ ਜਦੋਂ ਆ 4 ਜਣਿਆਂ ਦੀ ਪੋਸਟਮਾਰਟਮ ਰਿਪੋਰਟ ਪੜ੍ਹੀ, ਉਹਦੇ ਵਿੱਚ ਦੱਸਿਆ ਗਿਆ ਵੀ ਕਿਹੜੇ ਕਿਸਾਨ ਦੇ ਕਿੰਨੀਆਂ ਸੱਟਾਂ ਪਿੰਡੇ ਤੇ ਲੱਗੀਆਂ ਸੀ। ਕਿਸੇ ਦੇ 16 ਸੱਟਾਂ ਦੇ ਨਿਸ਼ਾਨ ਆ, ਕਿਸੇ ਦੇ ਸਿਰ ਦੇ ਉੱਤੇ ਸੱਟ ਵੱਜੀ ਵੀ ਆ, ਕਿਸੇ ਦੀ ਪਿੱਠ ਦੇ ਉੱਤੇ ਨੁਕੀਲੀ ਚੀਜ਼ ਖੁੱਭੀ ਹੋਈ ਆ। ਜਦੋਂ ਘੜੀਸ ਕੇ ਸੁਹਾਗੇ ਵਾਂਗੂ ਲੈ ਗਏ ਆ ਤੇ ਉਹਨਾਂ ਦੇ ਪਿੰਡਿਆਂ ਦਾ ਕੀ ਬਣਿਆ ਹੋਊਗਾ ਜਦੋਂ ਪੁੱਤ ਆਪਦੇ ਪਿਓ ਨੂੰ ਇਸ ਤਰੀਕੇ ਦੇ ਨਾਲ ਥਾਰ ਦੇ ਪਿੱਛੇ ਘੜੀਸਾ ਜਾਂਦਾ ਵੇਖਦਾ ਹੋਵੇ। ਤੇ ਸਮਝ ਸਕਦੇ ਆ ਵੀ ਭਾਈ ਸਾਡੇ ਦੇਸ਼ ਦੇ ਵਿੱਚ ਕੀ ਚੱਲਦਾ, ਕਿਹੜੇ ਲੋਕਤੰਤਰ ਦੇ ਅਸੀਂ ਦਾਅਵੇ ਕਰਦੇ ਆ, ਕਾਹਦੀਆਂ ਡੀਂਗਾ ਮਾਰਦੇ ਆ ਜੀ। ਤੇ ਹਾਲੇ ਵੀ ਹੈਰਾਨੀ ਹੁੰਦੀ ਆ ਉਹਨਾਂ ਲੋਕਾਂ ਦੇ ਉੱਪਰ ਜਿਹੜੇ ਕਹਿੰਦੇ ਅੱਖਾਂ ਬੰਦ ਕਰਕੇ ਕਿ ਨਹੀਂ ਨਹੀਂ ਸਭ ਕੁਝ ਠੀਕ ਹੈ। ਉਹ ਤਾਂ ਮਰੇ ਹੋਏ ਲੋਕ ਆ, ਉਹ ਤਾਂ ਕਲਬੂਤ ਤੁਰੇ ਫਿਰਦੇ ਆ, ਉਹਨਾਂ ਦੀ ਕੋਈ ਜ਼ਮੀਰ ਥੋੜੀ ਆ। ਬੇਜ਼ਮੀਰੇ ਲੋਕਾਂ ਦੀ ਗਿਣਤੀ ਜਿੰਨੀ ਮਰਜ਼ੀ ਹੋ ਜੇ, ਭਾਰਤ ਕਹਿਣ ਨੂੰ ਦੁਨੀਆ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਆ ਆਬਾਦੀ ਦੇ ਮਾਮਲੇ 'ਚ, ਪਰ ਬੇਜ਼ਮੀਰਿਆਂ ਦੇ ਮਾਮਲੇ ਦੇ ਵਿੱਚ ਹੋ ਸਕਦਾ ਜਿਹੜੇ ਇਹੋ ਜਿਹੇ ਲੋਕ ਆ ਜਿਨ੍ਹਾਂ ਨੂੰ ਦਿਸਦਾ ਹੋਣ ਦੇ ਬਾਵਜੂਦ ਕੁਝ ਦਿਸਦਾ ਨਹੀਂ, ਸ਼ਾਇਦ ਅਸੀਂ ਪਹਿਲੇ ਨੰਬਰ ਤੇ ਆ ਜਾਈਏ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਖੈਰ ਆਪਾਂ ਇਸ ਵਿਸ਼ੇ ਦੇ ਉੱਪਰ ਹੋਰ ਵੀ ਚਰਚਾ ਜਿਹੜੀ ਆ ਉਹ ਕਰਾਂਗੇ ਟਾਣਾ ਸਾਹਿਬ, ਪਰ ਪਹਿਲਾਂ ਚੱਜ ਦੇ ਵਿਚਾਰ ਦੀ ਮੈਂ ਵੀ ਸਾਂਝ ਪਾ ਦਿਆਂ। ਇਹ ਵੀ ਅੱਜ ਦੇ ਹਾਲਾਤਾਂ ਦੇ ਨਾਲ ਹੀ ਜੁੜਿਆ ਹੋਇਆ ਚੱਜ ਦਾ ਵਿਚਾਰ ਹੈ। ਕਹਿੰਦੇ ਕਈ ਵਾਰ ਸਭ ਕੁਝ ਠੀਕ ਹੋਣ ਦੇ ਇੰਤਜ਼ਾਰ ਦੇ ਵਿੱਚ ਅਸੀਂ ਬਹੁਤ ਕੁਝ ਗਲਤ ਕਰ ਬੈਠਦੇ ਹਾਂ। ਇਸ ਲਈ ਗਲਤ ਦੇ ਖਿਲਾਫ ਉਦੋਂ ਹੀ ਆਵਾਜ਼ ਚੁੱਕਣੀ ਸਿੱਖੋ, ਨਹੀਂ ਤਾਂ ਬਹੁਤ ਦੇਰ ਹੋ ਜਾਂਦੀ। ਦੇਖੋ, ਬਹੁਤ ਕੁਝ ਇਸ ਵਕਤ ਇਹੋ ਜਿਹਾ ਜ਼ਿਹਨ ਦੇ ਵਿੱਚ ਆ ਰਿਹਾ ਜੀ ਜਿਹੜਾ ਕਿ ਕਿਸੇ ਨੂੰ ਚੰਗਾ ਨਾ ਲੱਗੇ। ਗੱਲ ਇਹ ਆ ਵੀ ਅਸੀਂ ਕਿੰਨੇ ਕੁ ਇਖਲਾਕ ਪੱਖੋਂ ਪੱਕੇ ਆ, ਅਸੀਂ ਕਿੰਨੇ ਕੁ ਗੈਰਤਮੰਦ ਆ, ਅਸੀਂ ਕਿੰਨਾ ਕੁ ਹੱਕ ਦੇ ਲਈ ਨਾਅਰਾ ਬੁਲੰਦ ਕਰਨ ਵਾਲੇ ਆ ਤੇ ਅਸੀਂ ਕਿੰਨਾ ਕੁ ਗਲਤ ਨੂੰ ਗਲਤ ਕਹਿਣ ਵਾਲੇ ਆ। ਸਾਰਾ ਦੇਸ਼ ਇਸ ਵਕਤ ਪਿਸ ਰਿਹਾ, ਸਾਰਾ ਦੇਸ਼। ਮੈਂ ਇਹ ਨਹੀਂ ਕਹਿੰਦਾ ਵੀ ਇਕੱਲੇ ਕਿਸਾਨ ਪਿਸ ਰਹੇ ਆ, ਫਿਰ ਕਈ ਬੰਦੇ ਇਹ ਵੀ ਕਹਿ ਸਕਦੇ ਆ ਵੀ ਭਾਈ ਇਕੱਲੀ ਕਿਸਾਨੀ ਦੀ ਗੱਲ ਕਰਦੇ ਆ। ਪੂਰਾ ਦੇਸ਼ ਪਿਸ ਰਿਹਾ। 100 ਰੁਪਈਆ ਲੀਟਰ ਡੀਜ਼ਲ ਦੀ ਕੀਮਤ ਹੋ ਗਈ। ਕਿੰਨੇ ਕੁ ਲੋਕ ਬੋਲਣ ਵਾਲੇ ਆ? 111 ਰੁਪਏ ਪੈਟਰੋਲ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਆ। ਕਿੰਨੇ ਕੁ ਗੈਰਤਮੰਦ ਲੋਕ ਆ ਜਿਹੜੇ ਸੜਕ ਦੇ ਉੱਤੇ ਆਏ ਹੋਣ। ਜਿਹੜੇ ਆਏ ਆ ਉਹਨਾਂ ਦੇ ਵਿੱਚ ਆਪਾਂ ਨੁਕਸ ਕੱਢਣੇ ਆ, ਉਹਨਾਂ ਨੂੰ ਕਹਿਣਾ ਜੀ ਇਹ ਵਿਕ ਗਏ ਹਨ, ਇਹ ਖਰੀਦੇ ਗਏ ਹਨ। ਵੀ ਮਾਰੇ ਤਾਂ ਤੁਸੀਂ ਵੀ ਗਏ ਹੋ, ਪਰ ਹਾਲੇ ਤੱਕ ਤੁਹਾਡੇ ਮੁਰਦਾ ਸਰੀਰਾਂ ਦੇ ਉੱਤੇ ਅਹਿਸਾਸ ਨਹੀਂ ਹੋਇਆ ਇਸ ਗੱਲ ਦਾ। ਤੁਹਾਡਾ ਟੱਬਰ ਵੀ ਤੁਹਾਨੂੰ ਨਹੀਂ ਕਹਿੰਦਾ ਵੀ ਮਾੜਾ ਮੋਟਾ ਜਾਗੋ, ਕੁੰਭਕਰਨ ਵੀ ਨਹੀਂ ਸੌਂਦਾ ਸੀ ਜਿਵੇਂ ਤੁਸੀਂ ਸੁੱਤੇ ਪਏ ਆ। ਮਾੜਾ ਮੋਟਾ ਯਾਰ ਮਨੁੱਖ ਹੋਣ ਦਾ ਪ੍ਰਗਟਾਵਾ ਕਰਗੇ, ਮਨੁੱਖੀ ਵੇਦਨਾ ਦਾ ਪ੍ਰਗਟਾਵਾ ਕਰਗੇ। ਬੰਦੇ ਆ ਜੇਕਰ ਤਾਂ ਬੰਦਿਆਂ ਵਾਂਗੂ ਗੱਲ ਕਰਨ ਦਾ ਤਰੀਕਾ ਸਿੱਖੀਏ। ਹੈ ਹੀ ਨਹੀਂ ਸਾਡੇ ਅੰਦਰ ਗੱਲਾਂ ਇਹ। ਨਾਲੇ ਤੁਸੀਂ ਕਿਸੇ ਦੇ ਵੀ ਪ੍ਰਸ਼ੰਸਕ ਹੋ ਸਕਦੇ ਹੋ, ਕਿਸੇ ਨੂੰ ਵੀ ਪਸੰਦ ਕਰਦੇ ਹੋ ਸਕਦੇ ਹੋ, ਪਰ ਉਹਦੀਆਂ ਖਾਮੀਆਂ ਦੇ ਬਾਰੇ 'ਚ ਵੀ ਜ਼ਰੂਰ ਚਰਚਾ ਕਰਨੀ ਚਾਹੀਦੀ ਹੈ। ਆਪਣੇ ਦਿਮਾਗ ਦੀਆਂ ਬਾਰੀਆਂ ਖੋਲ ਕੇ ਸਹੀ ਨੂੰ ਸਹੀ, ਗਲਤ ਨੂੰ ਗਲਤ ਕਹਿਣਾ ਸਿੱਖੋ, ਨਹੀਂ ਤਾਂ ਇੰਨਾ ਕੁਝ ਹੁਣ ਤਾਂ ਹੀ ਹੰਡਾਇਆ ਹੈ, ਅੱਗੇ ਵੀ ਇਹਦੇ 'ਚ ਵਾਧਾ ਹੀ ਹੋਊਗਾ, ਕਿਤੇ ਘਟਣ ਨਹੀਂ ਵਾਲਾ ਜ਼ੋਰ। ਮੈਨੂੰ ਇੱਕ ਬੰਦੇ ਦਾ ਸੁਨੇਹਾ ਆਇਆ ਫੇਸਬੁੱਕ ਦੇ ਉੱਤੇ, ਹਾਲਾਂਕਿ ਆ ਫੇਸਬੁੱਕ ਤੇ ਕੋਈ ਕੀ ਕਹਿੰਦਾ ਕੀ ਨਹੀਂ ਕਹਿੰਦਾ ਇਹਦੇ ਨਾਲ ਮੈਂ ਕੋਈ ਬੜਾ ਰਾਬਤਾ ਨਹੀਂ ਰੱਖਦਾਗਾ, ਪਰ ਮੈਨੂੰ ਉਸ ਦੀ ਬੰਦੇ ਦੀ ਗੱਲ ਨੇ ਹੈਰਾਨ ਕੀਤਾ। ਉਹ ਮੈਨੂੰ ਕਹਿੰਦਾ ਜੀ ਕਿ ਤੁਸੀਂ ਤਾਂ ਸਿਰਫ ਸਰਕਾਰ ਦੇ ਪਿੱਛੇ ਪਏ ਹੋਏ ਹੋ, ਤੁਸੀਂ ਮੋਦੀ ਦੇ ਵਿਰੋਧੀ ਲੱਗਦੇ ਹੋ। ਮੈਂ ਕਿਹਾ ਜੀ ਇਹ ਦੱਸੋ ਵੀ ਤੁਹਾਨੂੰ ਕੀ ਇਸ ਗੱਲ ਦਾ ਪਤਾ ਵੀ ਅਸੀਂ ਕਿਹਨੂੰ ਵੋਟ ਪਾਈ ਸੀ,
ਕੀ ਪਤਾ ਅਸੀਂ ਵੀ ਸੋਨ ਸੁਨਹਿਰੇ ਭਵਿੱਖ ਦੇ ਚੱਕਰ ਦੇ ਵਿੱਚ ਤੁਹਾਨੂੰ ਵੋਟ ਪਾ ਬੈਠੇ ਹੋਏਗੇ, ਜਾਂ ਦੇਸ਼ ਦੇ ਲੋਕ ਇਹ ਗੱਲ ਸੋਚਦੇ, ਜਾਂ ਮੈਨੂੰ ਤੁਸੀਂ ਇੱਕ ਪਾਸੇ ਕਰ ਦਿਓ। ਪਰ ਇਹ ਦੱਸੋ ਵੀ ਮੈਂ ਜੇਕਰ ਇਹ ਗੱਲ ਕਵਾਂ ਵੀ 4 ਕਿਸਾਨ ਵਧੀਆ ਹੋ ਗਏ ਤੁਸੀਂ ਮਾਰਤੇ, ਮੈਂ ਇਹ ਗੱਲ ਕਵਾਂ ਵੀ ਭਾਈ ਇੱਕ ਗੱਡੀ ਹੋਰ ਲੈ ਕੇ ਆਓ, 20 ਦੇ ਉੱਤੇ ਹੋਰ ਚੜਾਓ, ਮੈਂ ਇਹ ਗੱਲ ਕਵਾਂ ਵੀ ਭਾਈ ਖੇਤੀ ਕਾਨੂੰਨ ਤਾਂ ਬਿਲਕੁਲ ਸਹੀ ਹੈ ਤੇ ਇਹ ਕਿਸਾਨ ਬਿਲਕੁਲ ਗਲਤ ਆ, ਫਿਰ ਤੁਸੀਂ ਮੈਨੂੰ ਕਹੋਗੇ ਵੀ ਭਾਈ ਮੈਂ ਦੇਸ਼ ਦਾ ਅਸਲੀ ਭਗਤ ਹਾਂ। ਹਾਂ ਫਿਰ ਤਾਂ ਤੁਹਾਨੂੰ ਦੇਸ਼ ਭਗਤ ਦਾ ਖਿਤਾਬ ਦਿੱਤਾ ਜਾਊਗਾ। ਪਰ ਮੈਨੂੰ ਇਹੋ ਜਿਹੀ ਦੇਸ਼ ਭਗਤੀ ਨਹੀਂ ਚਾਹੀਦੀ। ਮੈਂ ਤਾਂ ਗਲਤ ਨੂੰ ਗਲਤ ਕਹੂੰਗਾ। ਅਸੀਂ ਇੱਥੇ ਬੈਠ ਕੇ ਝੋਲੀ ਚੱਕ ਨਹੀਂ ਬਣ ਸਕਦੇ। ਕਿ ਗੱਲ ਇਹ ਆ ਜੇ ਝੋਲੀ ਚੱਕ ਬਣਿਆ ਹੋਵੇ ਬੰਦਾ ਤੇ ਫਿਰ ਉਹਨੂੰ ਬਹੁਤ ਕੁਝ ਮਿਲਦਾ, ਪਰ ਗੱਲ ਇਹ ਆ ਵੀ ਆਪਦੇ ਆਪ ਨੂੰ ਵੀ ਉੱਤਰ ਦੇਣਾ, ਸਾਰੇ ਉੱਤਰ ਲੋਕਾਂ ਨੂੰ ਨਹੀਂ ਦਿੱਤੇ ਜਾਂਦੇ। ਹਰਮਨ ਜੀ, ਜਿਹੜੀ ਵੀਡੀਓ ਸਾਹਮਣੇ ਆਈ ਹੈ ਨਾ, ਉਸ ਵੀਡੀਓ ਤੋਂ ਬਾਅਦ ਬਹੁਤ ਸਾਰੇ ਨਵੇਂ ਸਵਾਲ ਖੜੇ ਹੋਏ ਆ। ਮੈਂ ਅੱਜ ਸਵੇਰ ਦੇ ਵੇਲੇ ਨਾ ਉਹ ਜਿਹੜਾ ਪੱਤਰਕਾਰ ਮੁੰਡਾ ਸੀਗਾ ਰਮਨ ਕਸ਼ਪ, ਤੇ ਉਹਦੇ ਭਰਾ ਦੀ ਇੱਕ ਇੰਟਰਵਿਊ ਸੁਣੀ। ਉਹਦਾ ਭਰਾ ਦਾ ਨਾਮ ਹੈਗਾ ਪਵਨ। ਉਹਨੇ ਇਹ ਗੱਲ ਕਹੀ ਹੈ ਜੀ ਕਿ ਇੱਕ ਬਹੁਤ ਵੱਡੇ ਹਿੰਦੀ ਟੀਵੀ ਚੈਨਲ ਦੇ ਪੱਤਰਕਾਰ ਸਾਡੇ ਘਰ ਦੇ ਵਿੱਚ ਆਏ। ਉਹਨੇ ਮੈਨੂੰ ਮਜਬੂਰ ਕੀਤਾ ਵੀ ਤੁਸੀਂ ਨਾ ਇਹ ਗੱਲ ਕਹੋ ਵੀ ਕਿਸਾਨਾਂ ਨੇ ਮੇਰੇ ਪੱਤਰਕਾਰ ਵੀਰ ਨੂੰ ਡਾਂਗਾ ਮਾਰ ਕੇ ਮਾਰਤਾ, ਉਹਨਾਂ ਦੀ ਕੁੱਟਮਾਰ ਦੇ ਕਰਕੇ ਮੇਰਾ ਭਰਾ ਮਰਿਆ। ਉਹ ਕਹਿੰਦਾ ਮੈਂ ਇਹ ਗੱਲ ਕਿਵੇਂ ਕਹਿਣਾ ਜਦੋਂ ਮੇਰੇ ਭਰਾ ਦੀ ਮੌਤ ਇਦਾਂ ਹੋਈ ਨਹੀਂ। ਮੇਰੇ ਭਰਾ ਦੇ ਉੱਤੇ ਗੱਡੀ ਚੜਾਈ ਗਈ ਹੈ ਤੇ ਗੱਡੀ ਕਿਸਾਨਾਂ ਨੇ ਥੋੜੀ ਚੜਾਈ ਆ। ਵੀਡੀਓ ਦੇ ਵਿੱਚ ਵੀ ਦੱਸ ਰਿਹਾ ਵੀ ਕਿਹੜਾ ਕਿਸਾਨ ਗੱਡੀ ਦੇ ਵਿੱਚ ਸੀ। ਮਤਲਬ ਕਹਿਣ ਦਾ ਇਹ ਆ ਵੀ ਗੋਦੀ ਮੀਡੀਆ ਇਸ ਵਕਤ ਇਹੋ ਜਿਹੀਆਂ ਘਟੀਆਂ ਹਰਕਤਾਂ ਦੇ ਉੱਤੇ ਉਤਰਿਆ ਹੋਇਆ ਵੀ ਜਿਹਦੇ ਵੱਲੋਂ ਜਾ ਕੇ ਨਾ ਸਰਕਾਰੀ ਧਿਰ ਬਣ ਕੇ ਇਹ ਗੱਲ ਕਹੀ ਜਾਂਦੀ ਵੀ ਤੁਸੀਂ ਆਪਦੇ ਵਿਚਾਰ ਬਦਲੋ, ਤੁਸੀਂ ਇਉਂ ਨਹੀਂ ਇਉਂ ਕਹੋ। ਤੇ ਉਹ ਕਹਿੰਦਾ ਜੀ ਕਿ ਮੈਂ ਉਹਨੂੰ ਕਿਹਾ ਵੀ ਮੈਂ ਇਹਦਾ ਕਿਵੇਂ ਕਵਾਂ, ਮੈਂ ਨਹੀਂ ਇਦਾਂ ਕਹਿ ਸਕਦਾ ਕਿਉਂਕਿ ਇਹ ਸੱਚਾਈ ਨਹੀਂਗੀ। ਤੇ ਅੱਗੋਂ ਪੱਤਰਕਾਰ ਇਹ ਗੱਲ ਕਹਿੰਦਾ ਵੀ ਜੇ ਕਿਤੇ ਤੁਹਾਡੇ ਘਰ ਦੇ ਵਿੱਚ ਆਹ ਕੁਝ ਨਾ ਹੋਇਆ ਹੁੰਦਾ ਫਿਰ ਤੇਰੇ ਕੋਲੋਂ ਅਖਬਾਰ ਵੀ ਲੈਣਾ ਸੀ। ਉਹ ਕਹਿੰਦਾ ਵੀ ਮਾਈਕ ਸਾਡਾ, ਸ਼ਬਦ ਵੀ ਸਾਡੀ ਮਰਜ਼ੀ ਮੁਤਾਬਕ ਤੇਰੇ ਮੂੰਹ ਦੇ ਵਿੱਚੋਂ ਨਿਕਲ। ਤੇ ਆਪਣੀ ਕੀ ਰਿਸ਼ਤੇਦਾਰੀ ਲੱਗਦੀ ਹੈ ਸੈਂਟਰ ਸਰਕਾਰ ਦੇ ਨਾਲ? ਤੇ ਲੱਗਦੀ ਹੈ, ਇਸ਼ਤਿਹਾਰ ਆਉਂਦੇ ਆ। ਤੇ ਫਿਰ ਸ਼ਰਿਆਮ ਤੁਸੀਂ ਕਹੋ ਵੀ ਸਾਡੀ ਰਿਸ਼ਤੇਦਾਰੀ ਲੱਗਦੀ ਹੈ। ਇਹੋ ਜਿਹੇ ਰਿਸ਼ਤੇਦਾਰਾਂ ਤੋਂ ਕੀ ਕਰਾਉਣਾ ਜਿਨ੍ਹਾਂ ਦੇ ਬਾਰੇ ਤੁਸੀਂ ਦੱਸਣ ਲੱਗਿਆ ਵੀ ਸ਼ਰਮ ਕਰਦੇ ਹੋ ਕਿ ਇਹ ਸਾਡੇ ਰਿਸ਼ਤੇਦਾਰ ਨੇ। ਜੇ ਰਿਸ਼ਤੇਦਾਰ ਬਣਾਏ ਨੇ ਹਿੱਕ ਠੋਕ ਕੇ ਕਹੋ ਕਿ ਅਸੀਂ ਉਹਨਾਂ ਦੇ ਰਿਸ਼ਤੇਦਾਰ ਤੇ ਉਹ ਸਾਡੇ ਰਿਸ਼ਤੇਦਾਰ ਨੇ ਤੇ ਅਸੀਂ ਤਾਂ ਐਂ ਹੀ ਬੋਲਾਂਗੇ ਤੇ ਐਂ ਹੀ ਕਹਾਵਾਂਗੇ। ਉਦੋਂ ਤੁਸੀਂ ਪੱਤਰਕਾਰਤਾ ਦਾ ਨਕਾਬ ਪਾ ਕੇ ਤੇ ਆਪਣੇ ਵੱਲੋਂ ਇਹ ਦਰਸਾਉਣ ਦੀ ਕੋਸ਼ਿਸ਼ ਕਰਦੇ ਹੋ ਵੀ ਨਹੀਂ, ਸਭ ਤੋਂ ਪਹਿਲਾਂ ਸਭ ਤੋਂ ਚੰਗੀਆਂ ਸਭ ਤੋਂ ਸੱਚੀਆਂ ਗੱਲਾਂ ਅਸੀਂ ਸੁਣਾਉਂਦੇ ਆ, ਤੇ ਮੁੜ ਕੇ ਤੁਸੀਂ ਲੋਕਾਂ ਨੂੰ ਜਾ ਕੇ ਉਹਨਾਂ ਦੇ ਜ਼ਖਮਾਂ ਦੇ ਉੱਪਰ ਇਸ ਤਰੀਕੇ ਨਾਲ ਲੂਣ ਭੁੱਕਦੇ ਹੋ। ਤੁਹਾਨੂੰ ਸ਼ਰਮ ਨਹੀਂ ਆਉਂਦੀ? ਸ਼ਰਮ ਆਉਂਦੀ ਹੋਵੇ ਤਾਂ ਇਦਾਂ ਦੀਆਂ ਕਰਤੂਤਾਂ ਕਰਨ ਕਿਉਂ? ਦੇਖੋ ਪੱਤਰਕਾਰ ਦਾ ਕੰਮ ਕੀ ਹੁੰਦਾ, ਉਹਨੇ ਖਬਰ ਲੈ ਕੇ, ਇਨਫੋਰਮੇਸ਼ਨ ਲੈ ਕੇ, ਜਾਣਕਾਰੀ ਲੈ ਕੇ ਤੇ ਆਮ ਲੋਕਾਂ ਤੱਕ ਅੱਪੜਦੀ ਕਰਨੀ ਹੈ ਵਾਇਆ ਟੀਵੀ ਚੈਨਲ, ਵਾਇਆ ਅਖਬਾਰ ਜਾਂ ਵਾਇਆ ਮੀਡੀਆ ਦਾ ਕੋਈ ਵੀ ਸਾਧਨ। ਪਰ ਜੇਕਰ ਇਹ ਗੱਲ ਕਹੀ ਜਾਵੇ ਕਿ ਨਹੀਂ ਤੂੰ ਐ ਨਹੀਂ ਐਂ ਕਹਿਣਾ, ਤਾਂ ਮਤਲਬ ਇਹਦਾ ਕੀ ਨਿਕਲਿਆ? ਇਹਦਾ ਮਤਲਬ ਤਾਂ ਇਹ ਨਿਕਲਿਆ ਵੀ ਭਾਈ ਉਹ ਵਿਕੇ ਹੋਏ ਬੰਦੇ ਆ, ਉਹ ਬੰਦੇ ਪੱਤਰਕਾਰੀ ਦੇ ਲਾਇਕ ਨਹੀਂ। ਜਿਵੇਂ ਕਿ ਇਸ ਵਕਤ ਦੇਸ਼ ਦੀ ਸਿਆਸਤ ਦੇ ਵਿੱਚ ਕਈ ਗੁੰਡੇ ਆ, ਉਵੇਂ ਪੱਤਰਕਾਰਤਾ ਦੇ ਵਿੱਚ ਵੀ ਗੁੰਡਾਗਰਦੀ ਦਾ ਇਸ ਵਕਤ ਬਹੁਤ ਵੱਡਾ ਰੁਝਾਨ ਹੈਗਾ, ਜਿਹੜੇ ਕਿ ਮਰਜ਼ੀ ਮੁਤਾਬਕ ਗੈਂਗਸਟਰਾਂ ਵਾਂਗੂ ਵਿਚਰਦੇ ਆ। ਇਸ ਮ੍ਰਿਤਕ ਪੱਤਰਕਾਰ ਦੇ ਭਰਾ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਮੈਂ ਸੱਚ ਦੇ ਨਾਲ ਖੜਾ ਤੇ ਸੱਚ ਦੇ ਨਾਲ ਹੀ ਖੜਾ ਰਹੂੰਗਾ। ਕਿਸਾਨਾਂ ਦਾ ਕਸੂਰ ਕੋਈ ਨਹੀਂਗਾ ਤੇ ਸਾਨੂੰ ਬਹੁਤ ਜ਼ਿਆਦਾ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਕੀਤਾ ਜਾ ਰਿਹਾ। ਬਿਲਕੁਲ ਗੱਲਾਂ ਸੱਚੀਆਂ ਨੇ ਟਾਣਾ ਸਾਹਿਬ, ਪਰ ਜਿਨ੍ਹਾਂ ਦਾ ਨਾਮ ਇਹਦੇ ਵਿੱਚ ਵੱਜ ਰਿਹਾ ਜਾਂ ਜਿਹੜੇ ਸਬੂਤ ਸਾਹਮਣੇ ਆਏ ਨੇ, ਇਹਨਾਂ ਲੋਕਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਇਹ ਕੋਈ ਪਹਿਲਾ ਮਾਮਲਾ ਨਹੀਂ ਗੁੰਡਾਗਰਦੀ ਦਾ। ਇਸ ਤੋਂ ਪਹਿਲਾਂ ਵੀ ਬਹੁਤ ਕੁਝ ਕਰਦੇ ਰਹੇ ਨੇ। ਅਜੇ ਮਿਸ਼ਰਾ ਕੇਂਦਰੀ ਰਾਜ ਮੰਤਰੀ ਹੈ ਜਿਹਦੀ ਗੱਲ ਚੱਲਦੀ ਹੈ, ਉਹਦੇ ਬਾਬਤ ਇੱਕ ਹੋਰ ਜਾਣਕਾਰੀ ਆਈ ਹੈ। ਜਦੋਂ ਇਹ ਘਟਨਾ ਵਾਪਰ ਗਈ ਨਾ ਇਹ ਲਖੀਮਪੁਰ ਵਾਲੀ, ਨਾਲ ਦੀ ਨਾਲ ਉਹਨੇ ਕਿਹਾ ਜੀ ਕਿ 4 ਭਾਜਪਾ ਦੇ ਵਰਕਰ ਕੁੱਟ ਕੇ ਕਿਸਾਨਾਂ ਨੇ ਮਾਰਤੇ ਆ। ਉਹਨੇ ਪੱਤਰਕਾਰ ਨੂੰ ਵੀ ਭਾਜਪਾ ਵਰਕਰ ਬਣਾਤਾ। ਹੁਣ ਪਤਾ ਲੱਗਾ ਵੀ ਉਹ ਤਾਂ ਵਿਚਾਰਾ ਚੈਨਲ ਦੇ ਕਹਿਣ ਦੇ ਉੱਤੇ, ਸਾਧਨਾ ਨਿਊਜ਼ ਚੈਨਲ ਆ, ਉਹਦੇ ਕਹਿਣ ਦੇ ਉੱਤੇ ਉਹਦੀ ਅਸਾਈਨਮੈਂਟ ਲੈ ਕੇ ਉੱਥੇ ਖਬਰ ਕਵਰ ਕਰਨ ਗਿਆ ਸੀ। ਜਿਵੇਂ ਕਿ ਚੈਨਲ ਆਪਣੇ ਪੱਤਰਕਾਰਾਂ ਨੂੰ ਕਹਿੰਦੇ ਵੀ ਭਾਈ ਅੱਜ ਤੂੰ ਫਲਾਣੀ ਥਾਂ ਤੇ ਚਲਾ ਜਾ, ਅੱਜ ਤੂੰ ਫਲਾਣੀ ਥਾਂ ਦੇ ਉੱਤੇ ਜਾ ਕੇ ਖਬਰ ਲੈ ਕੇ ਆਉਣੀ ਆ। ਉਹ ਤਾਂ ਆਪਦੀ ਡਿਊਟੀ ਕਰਨ ਗਿਆ ਸੀ, ਉਹ ਤਾਂ ਆਪਦੀ ਕਿਰਤ ਕਰਨ ਗਿਆ ਸੀ। ਜਿਸ ਵੇਲੇ ਇਹ ਗੁੱਡਿਆਂ ਦੀਆਂ ਗੱਡੀਆਂ ਆਈਆਂ, ਉਹਨਾਂ ਨੇ ਦੜ ਕੇ ਮੁੰਡਾ ਰੱਖਤਾ ਜੀ। ਕੁਝ 100 ਰੁਪਏ ਮਿਲਦੇ ਹੁੰਦੇ ਸੀ ਇੱਕ ਦਿਨ ਦੇ ਖਬਰ ਕਵਰੇਜ ਕਰਨ ਦੇ, ਤੇ ਉਸ ਮੁੰਡੇ ਨੇ ਉਹ ਕਮਾਉਣ ਦੇ ਲਈ ਹੀ, ਉਹ ਵਿਚਾਰਾ ਆਪਣੇ ਰੋਟੀ ਪਾਣੀ ਤੋਰਨ ਦੇ ਲਈ ਹੀ ਉੱਥੇ ਗਿਆ। ਪਰ ਉਹਨੇ ਕੀ ਸੋਚਿਆ ਸੀ ਵੀ ਆਹ ਕੁਝ ਵੀ ਵਾਪਰ ਜਾਣਾ ਹੈ। ਪਤਾ ਨਹੀਂ ਕਿਹੋ ਜਿਹੇ ਲੋਕ ਨੇ, ਕੀ ਇਹਨਾਂ ਦੀਆਂ ਸੋਚਾਂ ਨੇ। ਅਜੇ ਮਿਸ਼ਰਾ ਤੇ ਆਸ਼ੀਸ਼ ਮਿਸ਼ਰਾ, ਇਹ ਦੋਵੇਂ ਪਿਓ ਪੁੱਤ ਹਿਸਟਰੀ ਸ਼ੀਟਰ ਨੇ। ਬਿਲਕੁਲ ਜੀ, ਮਤਲਬ ਇਹਦਾ ਇਹ ਆ ਕਿ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਇਹਨਾਂ ਦਾ ਨਾਂ ਗੂੰਜਦਾ ਰਿਹਾ। ਬਿਲਕੁਲ, ਔਰ 2000 ਦੇ ਵਿੱਚ ਇਹਨਾਂ ਨੇ ਪ੍ਰਕਾਸ਼ ਗੁਪਤਾ ਦੀ ਮੌਤ ਹੋਈ ਸੀ, ਉਸ ਮਾਮਲੇ ਦੇ ਵਿੱਚ ਵੀ ਇਹਨਾਂ ਦਾ ਨਾਂ ਜਿਹੜਾ ਹੈ ਅਜੇ ਮਿਸ਼ਰਾ ਦਾ, ਉਹ ਗੂੰਜਿਆ ਸੀ। ਬਿਲਕੁਲ ਸਹੀ। ਉਸ ਤੋਂ ਬਾਅਦ 2005 ਦੇ ਵਿੱਚ ਬਲਵਾ ਹਮਲੇ ਦੇ ਵਿੱਚ ਵੀ ਇੱਕ ਕੇਸ ਜਿਹੜਾ ਉਹ ਪਿਓ ਪੁੱਤ ਦੇ ਨਾਂ ਦੇ ਉੱਤੇ ਦਰਜ ਹੈਗਾ ਹੈ। 2007 ਦੇ ਵਿੱਚ ਹਮਲੇ ਤੇ ਧਮਕਾਉਣ ਲਈ ਨਾਮਜ਼ਦ ਕੀਤਾ ਗਿਆ ਇਹਨਾਂ ਨੂੰ, ਔਰ ਅਜੇ ਮਿਸ਼ਰਾ ਤੇ 4 ਗੰਭੀਰ ਮਾਮਲੇ ਦਰਜ ਨੇ। ਹੁਣ ਦੱਸੋ ਵੀ ਸਭ ਤੋਂ ਵੱਡੀ ਗੱਲ, ਸਭ ਤੋਂ ਵੱਡੀ ਉਦਾਹਰਨ ਕੀ ਆ? ਤੁਸੀਂ ਕਹਿੰਦੇ ਆ ਕਿਸਾਨ ਗੁੰਡਾਗਰਦੀ ਕਰਦੇ ਆ, ਇਹਨਾਂ ਕਿਸਾਨਾਂ ਦੇ ਵਿੱਚ ਕਈ ਗਲਤ ਅਨਸਰ ਵੜ ਗਏ ਜਿਹੜੇ ਕਿ ਇਹੋ ਜਿਹੀਆਂ ਕਰਤੂਤਾਂ ਕਰਦੇ ਆ। ਤੁਸੀਂ ਇਹੀ ਗੱਲ ਕਹਿ ਰਹੇ ਨਾ, ਕੇਂਦਰ ਦੇ ਬਹੁਤ ਸਾਰੇ ਮੰਤਰੀ ਕਹਿੰਦੇ ਆ ਵੀ ਇਹਨਾਂ ਕਿਸਾਨਾਂ ਦੇ ਵਿੱਚ ਗਲਤ ਅਨਸਰਾਂ ਦਾ ਵੜ ਜਾਣਾ ਇਸ ਅੰਦੋਲਨ ਨੂੰ ਖਰਾਬ ਕਰ ਰਿਹਾ, ਇਹ ਹਿੰਸਾ ਫੈਲਾਉਣ ਦਾ ਕੰਮ ਕਰਦੇ ਆ।
ਚਾਰ ਤਰ੍ਹਾਂ ਦੇ ਕੇਸ ਤੁਹਾਡੇ ਇੱਕ ਕੇਂਦਰੀ ਰਾਜ ਮੰਤਰੀ ਦੇ ਉੱਤੇ ਚੱਲਦੇ ਆ। ਕਦੇ ਉਹਨੂੰ ਕਿਸੇ ਮਾਮਲੇ ਦੇ ਵਿੱਚ ਬੇਲ ਮਿਲ ਜਾਂਦੀ ਆ, ਕਦੇ ਉਹ ਕਿਸੇ ਮਾਮਲੇ 'ਚ ਰਿਹਾ ਹੋ ਜਾਂਦਾ। ਇਹ ਸਿਰਫ ਇੱਕ ਦੀ ਕਹਾਣੀ ਆ। ਕੀ ਤੁਹਾਡੇ ਮੰਤਰੀ ਮੰਡਲ ਦੇ ਵਿੱਚ ਗੁੰਡੇ ਬਦਮਾਸ਼ ਨਹੀਂ ਵੜੇ? ਕੀ ਇਹਨਾਂ ਦੇ ਉੱਤੇ ਪਰਚੇ ਨਹੀਂ ਦਰਜ ਹੈਗੇ? ਜੀ, ਤੁਸੀਂ ਵੇਖੋ ਸਮੇਂ-ਸਮੇਂ ਤੇ ਸੁਪਰੀਮ ਕੋਰਟ ਦੇ ਵੱਲੋਂ ਟਿੱਪਣੀਆਂ ਕੀਤੀਆਂ ਜਾਂਦੀਆਂ ਰਹੀਆਂ ਨੇ ਕਿ ਤੁਸੀਂ ਜਿੰਨੇ ਵੀ ਲੋਕ ਕੈਬਨਿਟ ਦੇ ਵਿੱਚ ਭਰਤੀ ਕੀਤੇ ਨੇ ਜਾਂ ਜਿੰਨੇ ਵੀ ਲੋਕ ਸਿਆਸਤ ਦੇ ਵਿੱਚ ਨੇ, ਉਹਨਾਂ 'ਚੋਂ ਬਹੁਤਿਆਂ ਦੇ ਉੱਪਰ ਬਹੁਤ ਸਾਰੇ ਗੰਭੀਰ ਅਪਰਾਧਕ ਮਾਮਲੇ ਦਰਜ ਨੇ। ਔਰ ਉਸ ਤੋਂ ਬਾਅਦ ਦੂਸਰੀ ਗੱਲ ਇਹ, ਤੁਸੀਂ ਕਹਿੰਦੇ ਹੋ ਕਿ ਇਸ ਅੰਦੋਲਨ ਦੇ ਵਿੱਚ ਗਲਤ ਅਨਸਰ ਵੜ ਗਏ, ਫੰਡਿੰਗ ਹੁੰਦੀ, ਇਹ ਹੁੰਦਾ, ਉਹ ਹੁੰਦਾ, ਤੇ ਤੁਸੀਂ ਅੰਦੋਲਨ ਨੂੰ ਅੱਗੇ ਵਧਣ ਹੀ ਕਿਉਂ ਦੇ ਰਹੇ ਹੋ? ਤੁਸੀਂ ਅੱਜ ਉਹਨਾਂ ਦੀ ਗੱਲ ਮੰਨੋ, ਉਹਨਾਂ ਦੇ ਹੱਕ ਉਹਨਾਂ ਨੂੰ ਦਿਓ ਤੇ ਅੰਦੋਲਨ ਖਤਮ ਆ, ਆਪੋ ਆਪਣੇ ਘਰੇ ਚਲੇ ਜਾਣਗੇ। ਮੁੜ ਕੇ ਕਿਸੇ ਨੇ ਨਹੀਂ ਕਿਸੇ ਨੂੰ ਕੁਝ ਵੀ ਕਹਿਣਾ, ਪਰ ਘੱਟੋ ਘੱਟ ਉਹਨਾਂ ਦੇ ਹੱਕਾਂ ਦੀ ਗੱਲ ਤਾਂ ਸੁਣੋ। ਤੁਸੀਂ ਕਹਿੰਦੇ ਹੋ ਵੀ ਅਸੀਂ ਆ ਵੀ ਨਹੀਂ ਗੱਲ ਸੁਣਨੀ, ਅਸੀਂ ਬਹਿਣ ਵੀ ਨਹੀਂ ਦੇਣਾ, ਅਸੀਂ ਐ ਦਰੜਨਾ ਵੀ ਹੈ, ਤੁਹਾਨੂੰ ਮਾਰਾਂਗੇ ਵੀ, ਤੇ ਹਰ ਪਾਸੇ ਤਾਂ ਤੁਹਾਡਾ ਰਾਜ ਨਹੀਂ ਚੱਲ ਸਕਦਾ, ਕਿਉਂਕਿ ਡੈਮੋਕ੍ਰੇਸੀ ਹੈ, ਲੋਕਤੰਤਰ ਹੈ। ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ, ਪਰ ਇਹ ਲੋਕ ਇਹ ਦਰਸਾਉਣ ਦੀ ਕੋਸ਼ਿਸ਼ ਚ ਵੀ ਨਹੀਂ ਜਿਹੜਾ ਕੁਰਸੀ ਤੇ ਬੈਠਾ ਉਹ ਉੱਚਾ ਹੈ। ਕਿਸੇ ਨੇ ਇਸ ਗੱਲ ਨੂੰ ਉਭਾਰਿਆ ਗੋਦੀ ਮੀਡੀਆ ਨੇ ਵੀ ਭਾਈ ਉੱਥੇ ਗੋਲੀਆਂ ਵੀ ਚੱਲੀਆਂ। ਜਦੋਂ ਇਹ ਗੱਲ ਕਹਿੰਦੇ ਚਸ਼ਮਦੀਦ ਕਿ ਸਾਡੇ ਸਾਹਮਣੇ ਗੋਲੀਆਂ ਚਲਾਉਂਦਾ ਹੋਇਆ ਫਲਾਣਾ ਬੰਦਾ ਭੱਜਿਆ, ਮੰਤਰੀ ਦਾ ਪੁੱਤ ਜਿਹੜਾ ਗੋਲੀਆਂ ਚਲਾਉਂਦਾ ਹੋਇਆ ਉੱਥੋਂ ਨਿਕਲਿਆ, ਤੇ ਇਹ ਫੇਰ ਨਹੀਂ ਮੰਨਦੇ। ਇਹ ਫੇਰ ਇਹ ਗੱਲ ਕਹਿੰਦੇ ਆ ਕਿ ਇਹ ਤਾਂ ਐਸੇ ਨਹੀਂ ਐਸੇ ਹੈ ਜੈਸੇ ਹਮ ਪੇਸ਼ ਕਰਤੇ हैं। ਇਹ ਤਾਂ ਸ਼ੁਕਰ ਕਰੋ ਲੰਘੇ ਕੱਲ ਇੱਕ ਵੀਡੀਓ ਆ ਗਈ ਜਿਹੜੀ ਕਿ ਕਿਸਾਨਾਂ ਨੂੰ ਦਰੜਦੀ ਜਾਂਦੀ ਹੈ, ਜਿਹੜੀ ਕਿਸਾਨਾਂ ਨੂੰ ਕੁਚਲਦੀ ਜਾਂਦੀ ਹੈ। ਜੇਕਰ ਇਹ ਵੀਡੀਓ ਸਾਹਮਣੇ ਨਾ ਆਉਂਦੀ ਤਾਂ ਗੋਦੀ ਮੀਡੀਆ ਨੇ ਤਾਂ ਇਸ ਗੱਲ ਨੂੰ ਸਿਖਰ ਦੇ ਉੱਤੇ ਪਹੁੰਚਾਤਾ ਸੀਗਾ, ਪ੍ਰਚਾਰ ਕੇ ਕਿ ਕਿਸਾਨਾਂ ਨੇ ਡਾਂਗਾ ਨਾਲ ਬੀਜੇਪੀ ਦੇ ਆਗੂਆਂ ਤੇ ਹਮਲਾ ਕੀਤਾ, ਵਰਕਰਾਂ ਦੇ ਉੱਤੇ ਜਾਨਲੇਵਾ ਹਮਲਾ ਕੀਤਾ, ਉਹਨਾਂ ਨੇ ਡੰਡੇ ਮਾਰ ਕੇ ਕਈਆਂ ਨੂੰ ਕੁੱਟਿਆ, ਉਹਨਾਂ ਨੇ ਗੱਡੀਆਂ ਨੂੰ ਅੱਗ ਲਾਤੀ, ਤੇ ਜਦੋਂ ਇਹ ਭੱਜਣ ਦੀ ਕੋਸ਼ਿਸ਼ ਕਰਦੇ ਸੀ ਆਪਣੀਆਂ ਗੱਡੀਆਂ ਸਟਾਰਟ ਕਰਕੇ, ਉਦੋਂ ਅਚਾਨਕ ਥੱਲੇ ਆ ਗਏ ਕਿਸਾਨ। ਇਹੀ ਤਾਂ ਕਹਿ ਰਹੇ ਨੇ ਉਹ। ਕਿਸੇ ਵੀਡੀਓ ਦੇ ਵਿੱਚ ਦਿਸਦਾ ਵੀ ਕਿਸਾਨ ਡਾਂਗਾ ਮਾਰਦੇ ਹੋਣ? ਕਿਸੇ ਵੀਡੀਓ ਦੇ ਵਿੱਚ ਨਜ਼ਰ ਆਇਆ ਵੀ ਕਿਸਾਨ ਅੱਗਾਂ ਲਾਈ ਜਾਂਦੇ ਆ? ਕਿਸੇ ਵੀਡੀਓ ਦੇ ਵਿੱਚ ਨਜ਼ਰ ਆਇਆ ਵੀ ਕਿਸਾਨਾਂ ਨੇ ਕਿਸੇ ਚੀਜ਼ ਦੇ ਥੱਲੇ ਦਿੱਤਾ ਇਹਨਾਂ ਨੂੰ? ਟਾਣਾ ਸਾਹਿਬ, ਮੈਂ ਸਵੇਰੇ ਇੱਕ ਵੀਡੀਓ ਵੇਖੀ। ਉਹ ਵੀਡੀਓ ਇੱਕ ਕਿਸਾਨ ਦੀ ਹੈ ਜਿਹਦੀ ਮੌਤ ਹੋ ਚੁੱਕੀ ਹੈ। ਜਦੋਂ ਉਹਨੂੰ ਐਂਬੂਲੈਂਸ ਦੇ ਵਿੱਚ ਪਾ ਕੇ ਹਸਪਤਾਲ ਲਿਜਾਇਆ ਜਾ ਰਿਹਾ ਸੀ, ਉਦੋਂ ਉਹ ਹੋਸ਼ ਦੇ ਵਿੱਚ ਸੀ, ਹਾਲੇ ਸਾਹ ਚੱਲ ਰਹੇ ਸੀ। ਇਸ ਮੁਲਕ ਦੇ ਸਿਹਤ ਸਹੂਲਤਾਂ ਦੇ ਹਾਲਾਤ ਤੁਸੀਂ ਵੇਖੋ ਕਿ ਉਸ ਐਂਬੂਲੈਂਸ 'ਚ ਨਾ ਤਾਂ ਆਕਸੀਜਨ ਸੀ ਤੇ ਨਾ ਹੀ ਕੋਈ ਫਸਟ ਏਡ ਸੀ। ਉਹ ਵਿਚਾਰਾ ਇਉਂ ਹੀ ਸਟ੍ਰੈਚਰ ਦੇ ਉੱਪਰ ਪਿਆ ਹੋਇਆ, ਤੇ ਉਹਦੇ ਨਾਲ ਦੇ ਜਿਹੜੇ ਸਾਥੀ ਕਿਸਾਨ ਨੇ ਉਹਨੂੰ ਹੌਸਲਾ ਦੇ ਰਹੇ ਨੇ, ਕੁਛ ਨਹੀਂ ਹੁੰਦਾ, ਕੋਈ ਗੱਲ ਨਹੀਂ, ਤੂੰ ਸ਼ੇਰ ਹੈ, ਆਪਾਂ ਪਹੁੰਚ ਜਾਣਾ ਹਸਪਤਾਲ, ਤੂੰ ਠੀਕ ਰਹੇਗਾ। ਇੱਦਾਂ ਕਹਿ ਕੇ ਉਹਨੂੰ ਜਾਗਦੇ ਰਹਿਣ ਦੇ ਲਈ ਉਹ ਕੋਸ਼ਿਸ਼ ਕਰ ਰਹੇ, ਉਹਨੂੰ ਬਚਾਉਣ ਦੀ। ਕੀ ਇਹ ਸਾਡੀਆਂ ਸਿਹਤ ਸਹੂਲਤਾਂ ਨੇ? ਅਸੀਂ ਇਨਸਾਨ ਹਾਂ। ਅਸੀਂ ਕਹਿੰਦੇ ਆ ਅਸੀਂ ਬਹੁਤ ਵੱਡੀ ਸੁਪਰ ਪਾਵਰ ਬਣ ਗਏ, ਡਿਜੀਟਲ ਇੰਡੀਆ ਬਣ ਗਿਆ, ਇਹ ਹੋ ਗਿਆ, ਉਹ ਹੋ ਗਿਆ। ਮੁਲਕ ਲੋਕਾਂ ਨਾਲ ਹੁੰਦੇ ਨੇ। ਜੇ ਲੋਕ ਹੀ ਨਹੀਂ ਬਚਣਗੇ ਤਾਂ ਮੁਲਕ ਵੀ ਨਹੀਂ ਬਚੂਗਾ, ਤੇ ਫਿਰ ਤੁਸੀਂ ਰਾਜ ਕਿਹਦੇ ਉੱਪਰ ਕਰਨਾ ਹੈ ਇਹ ਸੋਚ ਕੇ ਵੇਖੋ। ਬਿਲਕੁਲ ਹਰਮਨ ਜੀ, ਜਿਹੜੇ ਚਾਰੇ ਕਿਸਾਨ ਮੌਤ ਦੀ ਬੁੱਕਲ ਦੇ ਵਿੱਚ ਚਲੇ ਗਏ ਆ ਨਾ ਜੀ, ਉਹਨਾਂ ਦੀ ਪੋਸਟਮਾਰਟਮ ਦੀ ਰਿਪੋਰਟ ਸਾਹਮਣੇ ਆਈ ਹੈ, ਜਿਵੇਂ ਮੈਂ ਪਹਿਲਾਂ ਗੱਲ ਦੱਸੀ ਹੈ। ਪਰ ਇਹ ਗੱਲ ਕਿਸੇ ਨੇ ਵੀ ਨਹੀਂ ਦੱਸੀ ਵੀ ਉਹਨਾਂ ਦੇ ਘਰੇਲੂ ਹਾਲਾਤ ਕੀ ਆ। ਇਹ ਗੱਲ ਕਿਸੇ ਵੀ ਮੀਡੀਆ ਦੇ ਵਿੱਚ ਸਾਹਮਣੇ ਨਹੀਂ ਆਈ ਵੀ ਉਹਨਾਂ ਦੇ ਟੱਬਰ ਦੇ ਜੀ ਕਿੰਨੇ ਆ ਤੇ ਕਿਹੜੇ ਕੰਮ ਦੇ ਲਈ ਗਿਆ ਸੀ ਕਿਸਾਨ ਤੇ ਕੀ ਹੋ ਗਿਆ। ਘਰ ਦੇ ਵਿੱਚੋਂ ਨੌਜਵਾਨ ਪੁੱਤ ਜਾਵੇ ਇਹ ਗੱਲ ਕਹਿ ਕੇ ਕਿ ਮੈਂ ਜੀ ਪ੍ਰਦਰਸ਼ਨ ਦੇ ਵਿੱਚ ਚੱਲਿਆ, ਮੈਂ ਕਿਸਾਨਾਂ ਦੇ ਨਾਲ ਆ, ਆਪਾਂ ਸਾਰੇ ਕਿਸਾਨ ਆ, ਤੇ ਮੈਂ ਸ਼ਾਮ ਤੱਕ ਵਾਪਸ ਆ ਜਾਣਾ, ਆਥਣ ਤੱਕ ਮੁੜ ਆਊਂਗਾ। ਕੁਝ ਘੰਟਿਆਂ ਬਾਅਦ ਉਹਦੀ ਲਾਸ਼ ਘਰ ਦੇ ਵਿੱਚ ਆਉਂਦੀ ਆ। ਤੇ ਇੱਕ ਨਵਾਂ ਡਰਾਮਾ ਕੀ ਕੀਤਾ ਜਾ ਰਿਹਾ ਯੂਪੀ ਦੀ ਸਰਕਾਰ ਤੇ ਪੁਲਿਸ ਦੇ ਵੱਲੋਂ, ਕਿਉਂਕਿ ਜਦੋਂ ਕੋਈ ਬਹੁਤ ਵੱਡਾ ਕਾਂਡ ਵਾਪਰ ਜਾਂਦਾ, ਜਦੋਂ ਕੋਈ ਬਹੁਤ ਵੱਡੀ ਘਟਨਾ ਵਾਪਰਦੀ ਆ, ਉਦੋਂ ਸੀਨ ਰੀਕ੍ਰੀਏਸ਼ਨ ਕੀਤਾ ਜਾਂਦਾ, ਰੀਕ੍ਰੀਏਟ ਕੀਤਾ ਜਾਂਦਾ ਵੀ ਉਹੋ ਜਿਹਾ ਦ੍ਰਿਸ਼ ਦੁਬਾਰਾ ਸਿਰਜਿਆ ਜਾਵੇ, ਤਾਂ ਜੋ ਪਤਾ ਲੱਗੇ ਵੀ ਇਸ ਮੌਕੇ ਦੇ ਉੱਤੇ ਕੀ ਹੋਇਆ ਹੋਊਗਾ। ਵੀ ਮੰਨ ਲਓ ਇਧਰਲੇ ਪਾਸਿਓਂ ਗੱਡੀ ਆ ਰਹੀ ਆ, ਮੂਹਰੇ ਕੁਝ ਕਿਸਾਨ ਜਾ ਰਹੇ ਆ, ਇਹ ਗੱਡੀ ਇਉਂ ਚੜ ਗਈ ਹੋਣੀ ਆ, ਫਿਰ ਕਿਸਾਨ ਇਉਂ ਦੌੜੇ ਹੋਣੇ ਆ, ਫਿਰ ਕੁਝ ਕਿਸਾਨਾਂ ਨੇ ਇਉਂ ਕਰਤਾ ਹੋਣਾ, ਫਿਰ ਤਾਕੀ ਖੋਲ ਕੇ ਗੱਡੀ ਦੀ ਇਉਂ ਭੱਜ ਗਿਆ ਹੋਣਾ, ਉਹ ਐਂ ਨੂੰ ਨਿਕਲਿਆ ਹੋਣਾ। ਇਹ ਇੱਕ ਬਨੌਟੀ ਜਿਹੇ ਤਰੀਕੇ ਦੇ ਨਾਲ ਨਾ ਸਾਰਾ ਕੁਝ ਸਿਰਜਿਆ ਜਾਂਦਾ, ਦ੍ਰਿਸ਼ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਘਟਨਾ ਵਾਪਰੀ ਹੈ ਦਿਨ ਦੇ ਵੇਲੇ, ਤੇ ਰਾਤ ਦੇ ਵੇਲੇ ਸੀਨ ਰੀਕ੍ਰੀਏਟ ਕੀਤਾ ਜਾ ਰਿਹਾ। ਰਾਤ ਦੇ ਵੇਲੇ ਬਈ ਇਹ ਘਟਨਾ ਵਾਪਰੀ ਸੀ, ਤੁਸੀਂ ਦਿਨ ਦੇ ਵੇਲੇ ਕਿਉਂ ਨਹੀਂ ਕੁਝ ਕਰਦੇ? ਹਰ ਗੱਲ ਦੇ ਵਿੱਚ ਹੇਰਾ ਫੇਰੀ, ਹਰ ਗੱਲ ਦੇ ਵਿੱਚ ਉਹ ਕੁਝ ਕੀਤਾ ਜਾ ਰਿਹਾ ਜਿਹਦੇ ਬਾਰੇ ਕਿਆਸ ਨਹੀਂ ਕੀਤਾ। ਕਿਸਾਨ ਕਈ ਇਹ ਗੱਲ ਕਹਿੰਦੇ ਆ ਵੀ ਜਦੋਂ ਇਹਨਾਂ ਨੂੰ ਲੱਗਿਆ ਗੱਡੀ ਚੜਾਤੀ, ਇਹਨਾਂ ਨੂੰ ਲੱਗਾ ਵੀ ਕਿਸਾਨ ਤਾਂ ਹੁਣ ਸਾਨੂੰ ਪੈ ਜਾਣਗੇ, ਵਿੱਚੋਂ ਥਾਰ ਦੇਉ ਕੁਝ ਗੁੰਡੇ ਨਿਕਲੇ, ਉਹ ਗੋਲੀਆਂ ਚਲਾਉਂਦੇ ਹੋਏ ਭੱਜੇ ਆ, ਤੇ ਗੁਰਵਿੰਦਰ ਸਿੰਘ ਕਿਸਾਨ ਦੇ ਗੋਲੀ ਮਾਰ ਕੇ ਗਏ ਆ, ਗੋਲੀ ਨਾਲ ਮਾਰਿਆ। ਸੋ ਪਰ ਜਿਹੜੀ ਪੁਲਿਸ ਦੀ ਰਿਪੋਰਟ ਆ, ਜਿਹੜੀ ਪੋਸਟਮਾਰਟਮ ਰਿਪੋਰਟ ਆ, ਉਹਦੇ ਵਿੱਚ ਕਿਸੇ ਦੇ ਵੀ ਗੋਲੀ ਲੱਗਣ ਦੀ ਗੱਲ ਨਹੀਂ ਲਿਖੀ ਗਈ। ਸੋ ਇਸ ਕਰਕੇ ਉਹਦਾ ਪੋਸਟਮਾਰਟਮ ਦੁਬਾਰਾ ਹੋ ਰਿਹਾ। ਸ਼ਾਇਦ ਜਦੋਂ ਤੱਕ ਇਹ ਖਬਰ ਦਰਸ਼ਕ ਦੇਖਣਗੇ
ਪ੍ਰੋਗਰਾਮ ਦੇਖਣਗੇ ਉਦੋਂ ਤੱਕ ਪਤਾ ਲੱਗ ਜੇ ਵੀ ਪੋਸਟਮਾਰਟਮ ਦੀ ਰਿਪੋਰਟ ਦੁਬਾਰਾ ਵੀ ਆ ਗਈ ਹੈ। ਮਤਲਬ ਇਹ ਹੈ ਕਿ ਮੰਤਰੀ ਦੇ ਪੁੱਤ ਨੂੰ ਬਚਾਉਣ ਦੇ ਲਈ, ਕਿਉਂਕਿ ਫਾਇਰਿੰਗ ਉਹਦੇ ਵੱਲੋਂ ਕੀਤੀ ਗਈ ਹੈ, ਇਹ ਦੋਸ਼ ਲਾਏ ਗਏ ਆ, ਉਹਨੂੰ ਬਚਾਉਣ ਦੇ ਲਈ ਸਾਰਾ ਕੁਝ ਕੱਟਿਆ ਵੱਢਿਆ ਜਾ ਰਿਹਾ ਵੀ ਭਾਈ ਇਹਨੂੰ ਬਚਾ ਲਿਆ ਜਾਵੇ, ਬਾਕੀ ਗੱਲਾਂ ਬਾਅਦ ਦੀਆਂ। ਹਾਲੇ ਤੱਕ ਖਬਰਾਂ ਇਹ ਵੀ ਆ ਰਹੀਆਂ ਸੀ ਟਾਣਾ ਸਾਹਿਬ ਕਿ ਜਿਹੜੇ ਇਹ ਮ੍ਰਿਤਕ ਕਿਸਾਨ ਨੇ ਇਹਨਾਂ ਦੇ ਪਰਿਵਾਰਾਂ ਨੂੰ ਧਮਕਾਇਆ ਜਾ ਰਿਹਾ ਸੀ ਕਿ ਰਾਤ ਦੇ ਵਿੱਚ ਹੀ ਸੰਸਕਾਰ ਕਰ ਦਿਓ ਵੀ ਰੌਲਾ ਨਾ ਪੈ ਜਾਵੇ ਕਿਤੇ। ਸੋ ਹਰ ਪਾਸੇ ਆਪਣੇ ਚੰਮ ਦੀਆਂ ਚਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਨੇ, ਪਰ ਆਪਾਂ ਜਿਹੜੇ ਉਹਨਾਂ ਦੇ ਪਰਿਵਾਰਕ ਹਾਲਾਤਾਂ ਦੀ ਗੱਲ ਕਰ ਰਹੇ ਸੀ ਉਹਦਾ ਵੇਰਵਾ ਵੀ ਸਾਂਝਾ ਕਰ ਦਈਏ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਆਪਾਂ ਦਲਜੀਤ ਸਿੰਘ ਦੀ। ਦਲਜੀਤ ਸਿੰਘ ਹੋਰਾਂ ਦੇ ਪਿੱਛੇ ਉਹਨਾਂ ਦੀ ਪਤਨੀ ਤੇ 3 ਬੱਚੇ ਰਹਿ ਗਏ ਨੇ ਤੇ ਮਾਤਾ ਪਿਤਾ ਨੇ ਉਹਨਾਂ ਦੇ ਘਰ ਦੇ ਵਿੱਚ, ਔਰ ਘਟਨਾ ਵੇਲੇ ਉਹਨਾਂ ਦਾ ਬੇਟਾ ਰਾਜਦੀਪ ਉਹਨਾਂ ਦੇ ਨਾਲ ਸੀ ਔਰ ਉਹਨੇ ਅੱਖੀਂ ਵੇਖਿਆ ਕਿ ਕੀ ਕੁਝ ਹੋਇਆ ਉਹਦੇ ਪਿਤਾ ਦੇ। ਹੁਣ ਜ਼ਰਾ ਸੋਚ ਕੇ ਦੇਖੋ, ਆਪਦੀਆਂ ਅੱਖਾਂ ਬੰਦ ਕਰਕੇ ਦੇਖੋ, ਆਪਦੇ ਟੱਬਰ ਦੇ ਉੱਤੇ ਇਹ ਗੱਲ ਲਾ ਕੇ ਦੇਖੀਏ ਵੀ ਜੇਕਰ ਸਾਡਾ ਨਿਆਣਾ ਸਾਡੇ ਨਾਲ ਗਿਆ ਜੀ ਤੇ ਉਹਦੇ ਬਾਪ ਨੂੰ ਕਾਰ ਘੜੀਸਦੀ ਹੋਈ ਲਿਜਾਂਦੀ ਹੈ ਤੇ ਬਾਪ ਦਾ ਕਸੂਰ ਵੀ ਕੋਈ ਨਹੀਂ, ਉਹਦੇ ਮੋਢੇ ਦੇ ਉੱਤੇ ਕਿਸਾਨੀ ਝੰਡਾ ਚੱਕਿਆ, ਕਸੂਰ ਉਹਦਾ ਕੀ ਹੈ ਵੀ ਉਹਨੇ ਕਿਸਾਨੀ ਝੰਡਾ ਚੁੱਕਿਆ? ਇਹ ਕੋਈ ਦੇਸ਼ ਦੇ ਖਿਲਾਫ ਜਾਣ ਵਾਲੀ ਗੱਲ ਹੈ? ਉਹ ਆਪਣੇ ਦੇਸ਼ ਦੇ ਵਿੱਚ ਆਪਣੀ ਮਿੱਟੀ ਦੀ ਰਾਖੀ ਦੇ ਲਈ, ਆਪਦੇ ਸੁੱਤੇ ਹੋਏ ਹਾਕਮਾਂ ਨੂੰ, ਮਰੀ ਹੋਈ ਜ਼ਮੀਰ ਨੂੰ ਜਗਾਉਣ ਦੇ ਲਈ, ਹਾਕਮਾਂ ਦੀ ਨੂੰ, ਤੇ ਇਹ ਸਾਰਾ ਕੁਝ ਕਰ ਰਿਹਾ ਕੀ ਉਹਦਾ ਚਿੱਤ ਕਰਦਾ ਸੜਕ ਤੇ ਤੁਰੇ ਫਿਰ ਗਏ, ਪਰ ਉਹਨੂੰ ਬਦਮਾਸ਼ਾਂ ਦੀ ਗੱਡੀ ਆਉਂਦੀ ਹੈ ਤੇ ਕੁਚਲਦੀ ਤੁਰੀ ਜਾਂਦੀ ਹੈ, ਧੂਕੇ ਲੈ ਜਾਂਦੀ ਹੈ। ਉਸ ਪੁੱਤ ਨੇ ਗੱਲ ਕਹੀ ਆ ਵੀ ਮੈਂ ਆਪਣੇ ਬਾਪ ਦਾ ਜੋ ਆਖਰੀ ਮੌਕੇ ਦ੍ਰਿਸ਼ ਦੇਖਿਆ, ਹੌਲੀ ਹੌਲੀ ਉਹਦੇ ਸਾਹ ਖਤਮ ਹੋ ਗਏ, ਹੌਲੀ ਹੌਲੀ ਉਹਦੀ ਧੜਕਣ ਬੰਦ ਹੋ ਗਈ, ਹੌਲੀ ਹੌਲੀ ਉਹਦਾ ਸਰੀਰ ਬੇਜਾਨ ਹੋ ਗਿਆ। ਮੇਰੇ ਬਾਪੂ ਨੇ ਅੱਖ ਝਪਕਣੀ ਬੰਦ ਕਰਤੀ, ਉਹਦੀ ਨਬਜ਼ ਰੁਕ ਗਈ। ਸਾਡਾ ਕਸੂਰ ਕੀ ਹੈ ਜੀ? ਅੱਗੇ ਵਧਦੇ ਹਾਂ, ਗੁਰਵਿੰਦਰ ਸਿੰਘ ਦੀ ਗੱਲ ਕਰਦੇ ਹਾਂ। ਗੁਰਵਿੰਦਰ ਸਿੰਘ 3 ਏਕੜ ਜ਼ਮੀਨ ਦਾ ਮਾਲਕ, ਇਹ 2 ਭਰਾ ਖੇਤੀ ਕਰਦੇ ਸੀ। ਹੁਣ ਦੱਸੋ ਤੋਮਰ ਸਾਹਿਬ, ਤੁਸੀਂ ਕਹਿੰਦੇ ਕਿ ਛੋਟੀ ਕਿਸਾਨੀ ਕੇ लिए तो हमारी सरकार ने बहुत कुछ किया। 2 ਭਰਾ 3 ਏਕੜ ਜ਼ਮੀਨ ਆ, ਕੱਲੇ ਨੂੰ ਉਹਦੀ 1.5 ਏਕੜ। ਕੀ ਜੇਕਰ ਇੱਕ ਭਰਾ ਨੂੰ ਆਪਾਂ ਗੱਡੀ ਥੱਲੇ ਦੇ ਕੇ ਮਾਰ ਦਈਏ ਤਾਂ ਆਮਦਨ ਦੁੱਗਣੀ ਹੁੰਦੀ ਆ? ਜੇਕਰ ਆਮਦਨ ਦੁੱਗਣੀ ਹੁੰਦੀ ਆ, ਹੋਰ ਵੀ ਮਾਰ ਦਿਓ, ਕਿਉਂਕਿ ਇਸ ਤਰੀਕੇ ਦੇ ਨਾਲ ਜੇਕਰ ਆਮਦਨਾਂ ਦੁੱਗਣੀਆਂ ਹੁੰਦੀਆਂ ਨਾ, ਤੇ ਜੇਕਰ ਐ ਟੱਬਰਾਂ ਦੇ ਵਿੱਚ 70 ਵਿਛਾ ਕੇ ਆਮਦਨ ਦੁੱਗਣੀ ਹੁੰਦੀ ਹੈ, ਮਜਬੂਰੀ ਦੇ ਵਿੱਚ ਇਸ ਕਰਕੇ 45 ਲੱਖ ਰੁਪਇਆ ਦੇਣ ਦੀ ਗੱਲ ਕੀਤੀ ਹੈ ਵੀ ਚੋਣਾਂ ਸਿਰ ਦੇ ਉੱਤੇ ਆ। ਇਹੋ ਜਿਹੀ ਆਮਦਨ ਦੁੱਗਣੀ ਤੁਹਾਨੂੰ ਹੀ ਮੁਬਾਰਕ ਹੋਏ, ਆਪਣੀਆਂ ਆਮਦਨੀਆਂ ਆਪਣੇ ਕੋਲ ਰੱਖੋ, ਸਾਨੂੰ ਇਹੋ ਜਿਹੀ ਆਮਦਨ ਦੀ ਕੋਈ ਜ਼ਰੂਰਤ ਨਹੀਂ ਹੈ। ਅੱਗੇ ਚੱਲਦੇ ਹਾਂ, ਲਵਪ੍ਰੀਤ ਦੀ ਗੱਲ ਕਰਦੇ ਹਾਂ। ਇਕਲੌਤਾ ਪੁੱਤ ਸੀ, 2 ਭੈਣਾਂ ਦਾ ਇਕੱਲਾ ਭਰਾ, ਇੰਜੀਨੀਅਰ ਬਣਨਾ ਚਾਹੁੰਦਾ ਸੀ ਔਰ ਉਹਦੇ ਨਾਲ ਵੀ ਇਹ ਸਾਰਾ ਕੁਝ। ਲਵਪ੍ਰੀਤ ਦੀ ਭੈਣ ਅਮਨਪ੍ਰੀਤ ਕੌਰ ਦੀ ਇੱਕ ਵੀਡੀਓ ਸਾਹਮਣੇ ਆਈ ਆ, ਉਹ ਕਹਿੰਦੀ ਜੀ ਸਾਨੂੰ ਨਾ ਚਾਹੀਦਾ 45 ਲੱਖ, ਨਾ ਚਾਹੀਦਾ 1 ਕਰੋੜ, ਸਾਨੂੰ ਸਾਡਾ ਭਰਾ ਚਾਹੀਦਾ। ਜੇ ਤਾਂ ਉਹਦਾ ਕੋਈ ਕਸੂਰ ਸੀ ਤਾਂ ਫਿਰ ਤਾਂ ਅਸੀਂ ਵੀ ਕਹਿੰਦੇ ਵੀ ਸਾਡੇ ਭਰਾ ਨਾਲ ਇਵੇਂ ਹੋਣਾ ਚਾਹੀਦਾ ਸੀ, ਤੇ ਜੇਕਰ ਉਹ ਬੇਕਸੂਰ ਸੀ ਤਾਂ ਗੁੰਡਿਆਂ ਨੇ ਜੋ ਕੁਝ ਕੀਤਾ ਉਹਨਾਂ ਨੂੰ ਚੌਂਕ ਦੇ ਵਿੱਚ ਖੜ ਕੇ ਫਾਹੇ ਟੰਗਿਆ ਜਾਵੇ। ਜੀ ਕਿਉਂ ਨਹੀਂ ਕਰਦੇ ਇਹ ਸਾਰਾ? ਬਿਲਕੁਲ ਸਹੀ ਹੈ। ਫਿਰ ਨਾ ਆਉਂਦਾ ਜੀ ਨਛੱਤਰ ਸਿੰਘ ਦਾ ਤੇ ਰਮਨ ਕਸ਼ਯਪ, ਜਿਹੜਾ ਕਿ ਪੱਤਰਕਾਰ ਸੀ ਮੁੰਡਾ, ਉਹਦੀ ਗੱਲ ਆਉਂਦੀ ਹੈ। ਮੈਂ ਤਸਵੀਰਾਂ ਵੇਖੀਆਂ ਕਿ ਇਸ ਤਰੀਕੇ ਨਾਲ ਉਹਦੀ ਘਰਵਾਲੀ ਇਕੱਲੀ ਮੰਜੇ ਦੇ ਉੱਪਰ ਬੈਠੀ ਹੈ, ਕੋਲ ਰਿਸ਼ਤੇਦਾਰ ਬੈਠੇ ਨੇ, ਪਤਾ ਨਹੀਂ ਕੀ ਜ਼ਹਿਨ ਦੇ ਉੱਪਰ ਬੀਤ ਰਹੀ ਹੋਏਗੀ, ਪਰ ਇਹਨਾਂ ਹਾਕਮਾਂ ਦੀ ਜ਼ਹਿਨ ਦੇ ਉੱਪਰ ਕੁਝ ਨਹੀਂ ਬੀਤ ਰਿਹਾ ਟਾਣਾ ਸਾਹਿਬ। ਇਹਨਾਂ ਦੇ ਲਈ ਸਿਰਫ ਇੱਕ ਤਮਾਸ਼ਾ ਹੈ। ਦੇਖੋ, ਬੇਸ਼ੱਕ ਜਿਹੜੇ 3 ਬੀਜੇਪੀ ਦੇ ਵਰਕਰ ਵੀ ਮਾਰੇ ਗਏ ਆ, ਸਾਨੂੰ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਹਮਦਰਦੀ ਆ। ਮਨੁੱਖ ਹੋਣ ਦੇ ਨਾਤੇ ਕਿਸੇ ਦੀ ਵੀ ਜਾਨ ਦੇ ਉੱਤੇ ਦੁੱਖ ਦਾ ਪ੍ਰਗਟਾਵਾ ਕਰਨਾ ਚਾਹੀਦਾ। ਅਸੀਂ ਇਨਸਾਨ ਆ ਤੇ ਅਸੀਂ ਪ੍ਰਗਟਾਵਾ ਕਰਾਂਗੇ, ਸਾਨੂੰ ਦੁੱਖ ਹੁੰਦਾ। ਪਰ ਕਿਉਂ ਨਹੀਂ ਉਸ ਇਨਸਾਨ ਦੀ ਕਦਰ ਕਰਦੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾ ਕੇ ਚੁਣਿਆ, ਜਿਨ੍ਹਾਂ ਨੂੰ ਹਾਕਮ ਬਣਾਇਆ, ਜਿਨ੍ਹਾਂ ਨੂੰ ਸਮੇਂ ਦੀਆਂ ਕੁਰਸੀਆਂ ਸੌਂਪੀਆਂ ਗਈਆਂ। ਮੈਨੂੰ ਬੇਹੱਦ ਦੁੱਖ ਹੋਇਆ, ਕੱਲ ਮੇਰਾ ਗੱਚ ਭਰ ਆਇਆ ਵੀ ਪ੍ਰਧਾਨ ਮੰਤਰੀ ਨੂੰ ਯੂਪੀ ਦੇ ਵਿੱਚ ਲਖੀਮਪੁਰ ਖੇਤਰ ਨਹੀਂ ਦੱਸਦਾ, ਲਖਨਊ ਦੱਸਦਾ। ਲਖਨਊ ਦੇ ਵਿੱਚ ਜਾ ਕੇ ਕਹਿੰਦੇ ਜੀ ਕਿ ਹਮ ਤੋਂ ਨਿਊ अर्बन इंडिया महोत्सव का उद्घाटन करने आए हैं, 3 दिन के लिए ये कार्यक्रम पेश कर रहे हैं और देश को तरक्की की शिखर पर हमारी सरकार लेके गई है। 2017 से पहले अखिलेश यादव की सरकार ने काम कोई नहीं किया था। ਤੁਹਾਨੂੰ 2022 ਦੀਆਂ ਚੋਣਾਂ ਦਿਸਦੀਆਂ, ਤੁਹਾਨੂੰ ਇਸ ਵਕਤ ਰੁਲਦੇ ਕਿਸਾਨ, ਤੁਹਾਨੂੰ ਇਸ ਵਕਤ ਦਰੜੇ ਜਾ ਰਹੇ ਕਿਸਾਨ ਨਹੀਂ ਦਿਸਦੇ। ਲਖੀਮਪੁਰ ਆ ਜਿਹੜਾ, ਉਹ ਦਿੱਲੀ ਤੋਂ ਕੋਈ 50,000 ਕਿਲੋਮੀਟਰ ਤਾਂ ਹੈ ਨਹੀਂ। ਜੇ ਤੁਸੀਂ ਲਖਨਊ ਚ ਆ ਸਕਦੇ, ਤੁਸੀਂ ਲਖੀਮਪੁਰ ਵੀ ਜਾ ਸਕਦੇ ਆ। ਨਹੀਂ, ਤੁਸੀਂ ਅਮਰੀਕਾ ਜਾ ਸਕਦੇ ਹੋ, ਤੁਸੀਂ ਲਖਨਊ ਜਾ ਸਕਦੇ ਹੋ, ਲਖੀਮਪੁਰ ਦਾ ਸ਼ਾਇਦ ਤੁਹਾਨੂੰ ਰਸਤਾ ਨਹੀਂ ਪਤਾ। ਜਿਵੇਂ ਤੁਹਾਨੂੰ ਹਾਲੇ ਤੱਕ ਉਹ ਫੋਨ ਹੀ ਨਹੀਂ ਲੱਭਿਆ ਜਿਹੜੇ ਫੋਨ ਤੋਂ ਤੁਸੀਂ ਕਿਸਾਨਾਂ ਨੂੰ ਫੋਨ ਕਰਨਾ ਸੀ, ਕਹਿੰਦੇ ਸੀ 1 ਫੋਨ ਕਾਲ ਦੀ ਦੂਰੀ ਹੈ, ਉਹ ਫੋਨ ਵੀ ਕਿਤੇ ਗਵਾਚ ਗਿਆ ਹੈ। ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਨੂੰ ਸ਼ਾਇਦ ਇਹ ਭੁੱਲ ਗਿਆ। ਇਹ ਯਾਦ ਰੱਖਣਾ ਚਾਹੀਦਾ ਕਿ ਉਹ ਪ੍ਰਧਾਨ ਮੰਤਰੀ ਪੂਰੇ ਮੁਲਕ ਦੇ ਨੇ, ਕਿਸੇ ਇੱਕ ਪਾਰਟੀ ਦੇ। ਉਹ ਭਾਜਪਾ ਦੇ ਪ੍ਰਧਾਨ ਮੰਤਰੀ ਨਹੀਂ, ਉਹ ਇਹਨਾਂ ਕਿਸਾਨਾਂ ਦੇ ਲਈ ਵੀ ਪ੍ਰਧਾਨ ਮੰਤਰੀ ਆ, ਉਹ ਮਜ਼ਦੂਰਾਂ ਵਾਸਤੇ ਵੀ ਆ, ਮੁਲਾਜ਼ਮਾਂ ਵਾਸਤੇ ਵੀ ਆ, ਸਾਰੀਆਂ ਸ਼੍ਰੇਣੀਆਂ, ਸਾਰੀਆਂ ਜਾਤੀਆਂ, ਉਹ ਸਾਰੇ ਧਰਮਾਂ ਦੇ ਸਤਿਕਾਰ ਵਾਲੇ ਪ੍ਰਧਾਨ ਮੰਤਰੀ ਹੋਣੇ ਚਾਹੀਦੇ ਆ। ਪਰ ਹੁਣ ਤਾਂ ਇਉਂ ਲੱਗਣ ਲੱਗ ਪਿਆ ਵੀ ਪ੍ਰਧਾਨ ਮੰਤਰੀ ਦਾ ਅਹੁਦਾ ਸਿਰਫ ਚੋਣਾਂ ਜਿਤਾਉਣ ਵਾਸਤੇ ਹੁੰਦਾ। ਬਿਲਕੁਲ ਆਪਦੀ ਪਾਰਟੀ ਦਾ ਗੁਣਗਾਨ ਕਰੋ, ਜੋ ਕੁਝ ਵਾਪਰ ਰਿਹਾ ਦੇਸ਼ ਦੇ ਵਿੱਚ ਉਹਨੂੰ ਪਰੇ ਕਰੋ, ਦਫਾ ਕਰੋ, ਤੇ ਬਾਕੀ ਜੋ ਕੁਝ ਅਸੀਂ ਕਰਨਾ
ਜਾਂ ਜਿਵੇਂ ਅਸੀਂ ਕਰਨਾ ਉਹਦਾ ਗੁਣਗਾਨ ਕਰੀ ਚਲੋ, ਹਮਨੇ ਇਹ ਕਰ ਲਿਆ, ਹਮਨੇ ਉਹ ਕਰ ਲਿਆ, ਹਮ ਐਸੇ ਕरेंगे, ਹਮ ਵੈਸੇ ਫਿਰ ਕरेंगे। ਇਹ ਵੀ ਦੱਸੋ ਨਾ ਵੀ ਅਸੀਂ ਜੋ ਨੈਗੇਟਿਵ ਕੀਤਾ, ਨਾ ਪੱਖੀ ਕੀਤਾ, ਉਹਦਾ ਵੀ ਜ਼ਿਕਰ ਕਰੋ ਨਾ ਕਦੀ ਵੀ। ਅਸੀਂ ਆ ਵੀ ਕੀਤਾ, ਇਹਨਾਂ ਦੇ ਵੀ ਹੱਕ ਮਾਰੇ, ਅਸੀਂ ਇਹਨਾਂ ਦੇ ਨਾਲ ਵੀ ਆ ਸਲੂਕ ਕੀਤਾ, ਅਸੀਂ ਇਹਨਾਂ ਦੇ ਹੱਥੋਂ ਵੀ ਰੋਟੀ ਖੋਹ ਲਈ, ਅਸੀਂ ਇਹਨਾਂ ਨੂੰ ਵੀ ਪਾਣੀ ਪੀਣ ਜੋਗੇ ਨਹੀਂ ਛੱਡਿਆ। ਉਹਨਾਂ ਦੇ ਬਾਰੇ ਗੱਲ ਕਿਉਂ ਨਹੀਂ ਕਰਦੇ? ਹਰ ਪਾਸੇ ਸਭ ਕੁਝ ਚੰਗਾ ਨਹੀਂ ਆ, ਅੱਖਾਂ ਖੋਲਣੀਆਂ ਪੈਣਗੀਆਂ। ਹਰਮਨ ਜੀ, ਜੋ ਕੁਝ ਲਖੀਮਪੁਰ ਦੇ ਵਿੱਚ ਵਾਪਰਿਆ ਤੇ ਉਹਦੇ ਉੱਤੇ ਸਿਆਸਤ ਬਹੁਤ ਵੱਡੇ ਪੱਧਰ ਦੇ ਉੱਤੇ ਅੱਗੇ ਵਧ ਰਹੀ ਹੈ ਜੀ। ਇੰਨੀ ਕੁ ਤੇਜ਼ ਹੋ ਗਈ ਹੈ ਸਿਆਸਤ ਵੀ ਪੁੱਛੋ ਕੁਛ ਨਾ। ਪ੍ਰਿਯੰਕਾ ਗਾਂਧੀ ਵਾਡਰਾ ਨੂੰ ਸੀਤਾਪੁਰ ਦੇ ਇੱਕ ਗੈਸਟ ਹਾਊਸ ਦੇ ਵਿੱਚ ਰੱਖਿਆ ਜਾਂਦਾ, ਉਹਦੇ ਵੱਲੋਂ ਝਾੜੂ ਲਾਉਣਾ ਸ਼ੁਰੂ ਕਰ ਦਿੱਤਾ ਜਾਂਦਾ। ਉਹਨੂੰ 36 ਘੰਟੇ ਉੱਥੇ ਹਿਰਾਸਤ ਦੇ ਵਿੱਚ ਰੱਖ ਕੇ ਜਦੋਂ ਉਹ ਇੱਕ ਕਿਸਾਨ ਦੇ ਘਰ ਦੇ ਵਿੱਚ ਜਾਣ ਲੱਗਦੀ ਆ, ਉਹਦੇ ਉੱਤੇ ਪਰਚਾ ਦਰਜ ਕਰ ਲਿਆ ਜਾਂਦਾ। ਉਹਨੇ ਇਹ ਗੱਲ ਕਹੀ ਹੈ ਵੀ ਮੇਰੇ ਉੱਤੇ ਤਾਂ ਪਰਚਾ ਦਰਜ ਕਰ ਲਿਆ, ਮੈਨੂੰ ਹਿਰਾਸਤ ਦੇ ਵਿੱਚ ਵੀ ਰੱਖ ਲਿਆ, ਪਰ ਜਿਨ੍ਹਾਂ ਨੇ ਇਹ ਕਤਲੇਆਮ ਕੀਤਾ, ਜਿਨ੍ਹਾਂ ਨੇ ਇਹ ਕਤਲ ਕੀਤੇ ਆ, ਉਹਨਾਂ ਦੇ ਵਿੱਚੋਂ ਤੁਸੀਂ ਕੋਈ ਵੀ ਨਹੀਂ ਫੜ ਸਕੇ। 90 ਘੰਟੇ ਹੋ ਚੱਲੇ ਆ। ਸੋ ਇਹਦੇ ਵੱਲ ਕੌਣ ਖਿਆਲ ਕਰੂਗਾ? ਸੋਚਣ ਵਾਲੀ ਗੱਲ ਇਹ ਵੀ ਆ। ਜੀ ਬਿਲਕੁਲ। ਬਾਕੀ ਵੀ ਸੂਬਿਆਂ ਦੇ ਵੱਖ-ਵੱਖ ਖੇਤਰਾਂ ਦੇ ਵਿੱਚੋਂ ਨੇਤਾ ਜਿਹੜੇ ਜਾਂ ਕਿਸਾਨ ਆ ਜਿਹੜੇ ਜਾਂ ਹੋਰ ਲੋਕ ਆ ਜਿਹੜੇ, ਉਹ ਲਖੀਮਪੁਰ ਦੇ ਵੱਲ ਜਾਣ ਦੀ ਇੱਛਾ ਪਾੜ ਰਹੇ, ਪਰ ਉਹਨਾਂ ਨੂੰ ਜਾਣ ਤੋਂ ਡੱਕਿਆ ਜਾ ਰਿਹਾ, ਰੋਕਿਆ ਜਾ ਰਿਹਾ। ਬਿਲਕੁਲ ਸਹੀ ਆ। ਔਰ ਟੈਣਾ ਸਾਹਿਬ, ਤੁਸੀਂ ਇਹ ਵੇਖੋ ਕਿ ਮੀਡੀਆ ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਕੱਲ ਨਾ ਮੈਂ ਕੁਝ ਇੱਕ ਟੀਵੀ ਚੈਨਲ, ਜਿਹੜੇ ਰਾਸ਼ਟਰੀ ਟੀਵੀ ਚੈਨਲ ਆ, ਉਹ ਲਗਾ ਕੇ ਵੇਖਿਆ ਵੀ ਵੇਖਦੇ ਆ ਵੀ ਕਿਹੜੀ ਖਬਰ ਕਿੰਨੀ ਮਹੱਤਤਾ ਨਾਲ ਦਿਖਾਈ ਜਾ ਰਹੀ ਹੈ। ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਉਹਨਾਂ ਦੇ ਵਿੱਚੋਂ 90% ਦੀ ਜਿਹੜੇ ਚੈਨਲ ਨੇ, ਉਹਨਾਂ ਦੇ ਉੱਪਰ ਦਿਖਾਇਆ ਜਾ ਰਿਹਾ ਸੀ ਵੀ ਮਾਰਕ ਜ਼ੁਕਰਬਰਗ ਨੂੰ ਕਿੰਨਾ ਘਾਟਾ ਪੈ ਗਿਆ, ਫੇਸਬੁੱਕ ਬੰਦ ਹੋ ਗਿਆ, ਇੰਸਟਾਗ੍ਰਾਮ ਨੂੰ ਇਦਾਂ ਘਾਟਾ ਪਿਆ, ਇੰਨੇ ਸ਼ੇਅਰ ਨੇ, ਇੰਨੇ ਵਿਕ ਗਏ, ਇੰਨੇ ਰਹਿ ਗਏ। ਉਹਨਾਂ ਦਾ ਸਾਰਿਆਂ ਦਾ ਧਿਆਨ ਸਿਰਫ ਤੇ ਸਿਰਫ ਇਸ ਗੱਲ ਵੱਲ ਸੀ ਕਿ 7 ਘੰਟੇ ਫੇਸਬੁੱਕ, ਇੰਸਟਾਗ੍ਰਾਮ ਤੇ WhatsApp ਜਿਹੜਾ ਉਹ ਬੰਦ ਰਿਹਾ ਹੈ। ਉਹਨਾਂ ਨੂੰ ਕੁਝ ਨਹੀਂ ਦਿਖਿਆ ਲਖੀਮਪੁਰ ਦੇ ਵਿੱਚ ਕੀ ਹੋਇਆ, ਕੀ ਦੋਸ਼ੀ ਫੜੇ ਗਏ ਜਾਂ ਨਹੀਂ ਫੜੇ ਗਏ, ਉਹਨਾਂ ਦੇ ਉੱਤੇ ਕਾਰਵਾਈ ਕੀ ਹੋ ਰਹੀ ਆ, ਸਾਡੇ ਜਿਹੜੇ ਬਾਕੀ ਸਿਆਸਤਦਾਨ ਨੇ ਉਹ ਕੀ ਕਰ ਰਹੇ ਨੇ, ਲੋਕਾਂ ਦਾ ਕੀ ਹਾਲ ਹੈ। ਨਾ, ਉਹ ਕਹਿੰਦੇ ਦੇਸ਼ ਦੇ ਵਿੱਚ ਸਿਰਫ ਆਹੀ ਨੈਟ ਹੀ ਬੰਦ ਹੋਇਆ ਸੀ, ਆਹੀ ਸਭ ਕੁਝ ਹੋਇਆ ਸੀ। ਮਾਰਕ ਜ਼ੁਕਰਬਰਗ ਨੂੰ ਘਾਟਾ ਪਏ ਦੇ ਉੱਤੇ ਉਹਨਾਂ ਦੁੱਖ ਨਹੀਂ ਹੋਣਾ ਜਿੰਨਾ ਇਹਨਾਂ ਝੋਲੀ ਚੱਕਾਂ ਨੂੰ ਦੁੱਖ ਹੈਗਾ। ਬਿਲਕੁਲ। ਇਹ ਲੋਕ ਇਹ ਗੱਲ ਕਹਿੰਦੇ ਵੀ ਭਾਈ ਜ਼ੁਕਰਬਰਗ ਇਉਂ ਹੀ ਕਰੀ ਜਾਂਦੇ ਆ। ਓਏ ਉਹਨੂੰ ਤਾਂ ਪੁੱਛ ਲਓ ਵੀ ਭਾਈ ਤੈਨੂੰ ਕੀ ਲੱਗਦਾ, ਤੈਨੂੰ ਕੀ ਮਹਿਸੂਸ ਹੁੰਦਾ? ਉਹ ਤਾਂ ਇਹ ਗੱਲ ਕਹਿੰਦੇ ਵੀ ਚੱਲਦੇ ਕੰਮ ਦੇ ਵਿੱਚ ਇੱਕ ਪ੍ਰਕਿਰਿਆ, ਇਹ ਵੀ ਪ੍ਰਕਿਰਿਆ ਦਾ ਹਿੱਸਾ, ਕਦੇ ਕੰਮ ਚੱਲ ਪਿਆ, ਕਦੇ ਰੁਕ ਵੀ ਜਾਂਦਾ। ਕਿਹੜੀ ਦੁਨੀਆ ਦੇ ਉੱਤੇ ਐਸੀ ਚੀਜ਼ ਆ ਜਿਹੜੀ ਕਿ ਚਲਦੀ ਰੁਕਦੀ ਨਹੀਂ ਤੇ ਰੁਕ ਕੇ ਦੁਬਾਰਾ ਚੱਲਦੀ ਨਹੀਂ? ਸੋ ਪਰ ਦੂਜੀ ਗੱਲ ਇਹ ਆ ਵੀ ਇਹ ਜਿਹੜਾ ਗੋਦੀ ਮੀਡੀਆ ਨਾ, ਇਹਦੇ ਵੱਲੋਂ ਤਾਂ ਸੱਚੀ ਮੁੱਚੀ ਸ਼ਰਮਾਂ ਹੀ ਲਾ ਦਿੱਤੀਆਂ ਗਈਆਂ। ਇਹਨਾਂ ਦੇ ਬਾਰੇ ਤਾਂ ਜਿਹੜਾ ਸ਼ਬਦ ਮੂੰਹ ਚੋਂ ਕੱਢ ਲਈਏ ਉਹ ਬਾਉਣਾ, ਉਹ ਛੋਟਾ ਬੰਦਾ ਨਿਸ਼ਬਦ ਹੋ ਜਾਂਦਾ ਇਹਨਾਂ ਦੀ ਗੱਲਬਾਤ ਕਰਦੇ ਆ। ਹੁਣ ਰਾਕੇਸ਼ ਟਕੈਤ ਹੋਰਾਂ ਨੇ ਕਿਹਾ ਵੀ ਹਮ ਅਗਲਾ ਮੋਰਚਾ गोदी मीडिया के खिलाफ लगाएंगे जी। वो कहना भी ये बंदे बन जाएं, ये इंसानी रूप में आ जाएं, अच्छी बात करें, सही को सही बोले, गलत को गलत बोले, नहीं तो इनका भी हम काम करेंगे। बिल्कुल सही है। और उधर सियासत जिहड़ी है पूर्ण तौर दे उपर भखी हुई है, कोई कुछ बयान दे रहा है, कोई कुछ बयान दे रहा है। हर एक नूं ये है कि असी अपनी सियासी रोटी चंगी तरह पका लईए, बाकी बाद च देखी जाऊगी भी की है की नहीं, है ना। ਗੱਲ ਇਹ ਟਾਣਾ ਸਾਹਿਬ, ਮੁੱਦੇ ਦੇ ਉੱਪਰ ਮੁੱਦਾ ਹਮੇਸ਼ਾ ਭਾਰੂ ਪੈਂਦਾ ਹੁੰਦਾ ਹੈ। ਅੱਜ ਅਸੀਂ ਲਖੀਮਪੁਰ ਦੀ ਗੱਲ ਕਰ ਰਹੇ ਹਾਂ, ਕੱਲ ਨੂੰ ਸਿਰਫ ਤੇ ਸਿਰਫ ਘਾਟਾ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਸੱਥਰ ਵਿਛ ਗਏ। ਬਾਕੀਆਂ ਦੇ ਲਈ, ਇਹ ਸਿਆਸਤਦਾਨਾਂ ਦੇ ਲਈ ਮੁੜ ਕੇ ਮੁੱਦੇ ਬਦਲ ਜਾਣਗੇ। ਬਹੁਤ ਸਾਰੇ ਇਸ ਤੋਂ ਪਹਿਲਾਂ ਵੀ ਕਾਂਡ ਸਮੇਂ-ਸਮੇਂ ਤੇ ਵਾਪਰੇ ਆ। ਤੁਸੀਂ ਇਹ ਚੇਤੇ ਕਰਕੇ ਦੇਖੋ, ਕਰਨਾਲ ਵਾਲਾ ਕਾਂਡ ਜਿੱਥੇ ਸਿਰ ਪਾੜੇ ਗਏ ਆ, ਜਿਨ੍ਹਾਂ ਦੇ ਸਿਰ ਪਾੜੇ ਗਏ ਉਹਨਾਂ ਦੇ ਘਰਾਂ ਦੇ ਵਿੱਚ ਰਾਜਨੀਤਿਕ ਲੋਕਾਂ ਦੀਆਂ ਘੂਕਾਂ ਪਾਉਂਦੀਆਂ ਗੱਡੀਆਂ ਪਹੁੰਚੀਆਂ। ਅੱਜ ਕੌਣ ਜਾਂਦਾ ਉਹਨਾਂ ਦੇ ਘਰੇ? ਕਹਿੰਦੇ ਵੀ 1 ਮਹੀਨੇ ਦੇ ਵਿੱਚ ਪੂਰੀ ਪੜਤਾਲ ਆਊਗੀ ਸਾਹਮਣੇ। ਕਿਹੜੀ ਪੜਤਾਲ ਆ ਗਈ ਆ? ਇਹ ਤਾਂ ਪੜਤਾਲੀਆ ਗੱਲਾਂ ਖਤਮ। ਅੱਜ 6 ਮੈਂਬਰੀ ਇੱਕ ਕਮੇਟੀ ਬਣਾਈ ਗਈ ਆ ਪੜਤਾਲ ਕਰਨ ਦੇ ਲਈ ਯੂਪੀ ਸਰਕਾਰ ਦੇ ਵੱਲੋਂ। ਤੁਸੀਂ ਇਹ ਦੇਖੋ, ਮਹੀਨੇ ਬਾਅਦ ਇਹ ਵੀ ਗੱਲ ਖਤਮ। ਉਹਨਾਂ ਦਾ ਮਤਲਬ, ਕਮੇਟੀ ਦਾ ਮਤਲਬ ਹੁੰਦਾ ਕੰਮ ਮਿੱਟੀ ਕਰਨਾ। ਕਮੇਟੀ ਕੰਮ ਮਿੱਟੀ ਜੀ, ਕਲੀਨ ਚਿੱਟਾਂ ਹੀ ਦੇਣੀਆਂ ਨੇ। ਜਦੋਂ ਮਰਜ਼ੀ ਜਿੰਨੀ ਦੇਰ ਮੁੱਦਾ ਭਖ ਰਿਹਾ ਹੈ, ਕੋਈ ਗੱਲ ਕਰ ਰਿਹਾ ਹੈ, ਉਨੀ ਦੇਰ ਕਹਿ ਦਿੰਦੇ ਕਮੇਟੀ ਤਫਤੀਸ਼ ਕਰ ਰਹੀ ਹੈ, ਵੇਖ ਰਹੇ ਆ, ਸਭ ਕੁਝ ਹੋਊਗਾ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜਾਊਗਾ। ਤੇ ਜਿੱਦਣ ਲੱਗੇ ਵੀ ਰੌਲਾ ਥੋੜਾ ਠੰਡਾ ਪੈ ਗਿਆ, ਕੋਈ ਹੋਰ ਮੁੱਦਾ ਆ ਗਿਆ, ਉਦੋਂ ਕਮੇਟੀ ਕਲੀਨ ਚਿੱਟ ਦੇ ਦਿੰਦੀ ਹੈ ਵੀ ਆਹ ਚੱਕੋ ਜੀ, ਕੁਝ ਹੋਇਆ ਹੀ ਨਹੀਂ ਸੀ। ਸੋ ਇਹਨਾਂ ਦਾ ਤਾਂ ਕੰਮ ਹੀ ਇਹ ਹੈ ਨਾ। ਪਰ ਇੱਥੇ ਲੋਕਾਂ ਨੂੰ ਇੱਕ ਬੇਨਤੀ ਕਰਨੀ ਜ਼ਰੂਰ ਬਣਦੀ ਹੈ। ਅਸੀਂ ਅਕਸਰ ਇਹ ਭੁੱਲ ਜਾਂਦੇ ਹਾਂ ਕਿ ਸਾਡੇ ਹੱਥ ਦੇ ਵਿੱਚ ਜਿਹੜੀ ਤਾਕਤ ਆ, ਅਸੀਂ ਉਹਨੂੰ ਵਰਤਣਾ ਕਿਵੇਂ ਆ। ਉਹ ਤਾਕਤ ਵੋਟ ਦੀ ਤਾਕਤ ਹੈ। ਠੀਕ ਹੈ, ਬਹੁਤ ਕੁਝ ਹੋਇਆ, ਬਹੁਤ ਕੁਝ ਅਸੀਂ ਸਹਿ ਲਿਆ, ਪਰ ਮੈਨੂੰ ਲੱਗਦਾ ਸਹੀ ਸਮੇਂ ਤੇ ਲਿਆ ਹੋਇਆ ਸਹੀ ਫੈਸਲਾ ਜਿਹੜਾ ਹੈ ਉਹ ਅੱਗੇ ਚੱਲ ਕੇ ਸਾਡੇ ਲਈ ਸਹੀ ਸਾਬਤ ਹੁੰਦਾ ਹੈ। ਅਸੀਂ ਮੁੜ ਕੇ ਜੇ ਇਹ ਮੀਡੀਆ ਹਾਊਸਸ ਜਾਂ ਇਹ ਸਿਆਸਤਦਾਨ ਜੇ ਮੁੱਦੇ ਭੁੱਲ ਜਾਂਦੇ ਤਾਂ ਆਪਾਂ ਨਾ ਭੁੱਲੀਏ, ਚੇਤੇ ਰੱਖੀਏ ਕਿਹਦੇ ਨਾਲ ਕੀ ਕੁਝ ਵਾਪਰਿਆ। ਵਾਰੀ ਕਦੇ ਵੀ ਕਿਸੇ ਦੀ ਆ ਸਕਦੀ ਹੈ, ਇਹ ਕੋਈ ਪਤਾ ਨਹੀਂ ਵੀ ਕਦੋਂ ਕਿਹਦੇ ਨਾਲ ਕੀ ਹੋਣਾ ਹੈ। ਅੱਜ ਜੇ ਮਹਿੰਗਾਈ ਦੀ ਗੱਲ ਕਰੀਏ, ਅਸੀਂ ਸਾਰੇ ਉਸ ਮਹਿੰਗਾਈ ਦੇ ਝੰਬੇ ਹੋਏ ਹਾਂ। ਸੋ ਇਹਨਾਂ ਮੁੱਦਿਆਂ ਨੂੰ ਜ਼ਿਹਨ 'ਚ ਰੱਖ ਕੇ ਤੇ ਫਿਰ ਮੈਨੂੰ ਲੱਗਦਾ ਕਿ ਕੋਈ ਵੀ ਕਦਮ ਚੁੱਕਿਆ ਜਾਣਾ ਚਾਹੀਦਾ। ਪ੍ਰਾਈਮ ਏਸ਼ੀਆ ਟੀਵੀ ਤੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦਾ ਵਿਚਾਰ ਪ੍ਰੋਗਰਾਮ ਵੇਖ ਰਹੇ ਹੋ ਤੁਸੀਂ। ਮੈਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ। ਤੇ ਟਾਣਾ ਸਾਹਿਬ, ਇੱਕ ਸਵਾਲ ਪੁੱਛਾਂ ਜੀ, ਇੱਕ ਸਿਆਸਤਦਾਨ ਦਾ ਪੜ੍ਹਿਆ ਲਿਖਿਆ ਹੋਣਾ ਕਿੰਨਾ ਕੁ ਜ਼ਰੂਰੀ ਹੈ? ਬੇਹੱਦ ਜ਼ਰੂਰੀ ਹੈ।
ਜੇ ਇੱਕ ਚਪੜਾਸੀ ਦੀ ਨੌਕਰੀ ਤੇ ਲੱਗਣ ਦੇ ਲਈ ਇਹ ਗੱਲ ਕਹੀ ਜਾਂਦੀ ਵੀ 10 ਪਾਸ ਹੋਵੇ, 12 ਪਾਸ ਹੋਵੇ, BA ਪਾਸ ਹੋਵੇ, ਉਹਨੂੰ ਪਹਿਲਾਂ ਕੰਟਰੈਕਟ ਦੇ ਉੱਤੇ ਰੱਖਿਆ ਜਾਊਗਾ ਠੇਕੇ ਤੇ, ਫਿਰ ਉਹਨੂੰ ਉਹਦੇ ਕੰਮ ਦੇ ਆਧਾਰ ਦੇ ਉੱਤੇ ਪੱਕਾ ਕੀਤਾ ਜਾਊਗਾ। ਜੇਕਰ ਇੱਕ ਛੋਟੀ ਜੀ ਭਰਤੀ ਦੇ ਲਈ, ਇਸ ਕੰਮ ਦੇ ਲਈ ਤੇ ਇੰਨੀਆਂ ਵੱਡੀਆਂ ਸ਼ਰਤਾਂ ਹੋ ਸਕਦੀਆਂ, ਪਰ ਨੇਤਾ ਤਾਂ ਬਹੁਤ ਵਧੀਆ ਪੜ੍ਹਿਆ ਲਿਖਿਆ ਹੋਣਾ ਚਾਹੀਦਾ। ਜੀ ਬਿਲਕੁਲ ਸਹੀ ਗੱਲ ਹੈ ਤੁਹਾਡੀ, ਪਰ ਪੰਜਾਬ ਕੈਬਨਿਟ ਦੇ ਵਿੱਚ ਜਿੰਨੇ ਆਪਣੇ ਮੰਤਰੀ ਨੇ ਉਹਨਾਂ ਦੀ ਯੋਗਤਾ, ਪੜ੍ਹਾਈ ਲਿਖਾਈ ਦੇ ਵੇਰਵੇ ਸਾਹਮਣੇ ਆਏ ਨੇ ਵੀ ਕੌਣ ਕਿੰਨਾ ਪੜ੍ਹਿਆ ਹੋਇਆ। ਅੱਛਾ ਜੀ, ਤੇ ਸਭ ਤੋਂ ਵੱਧ ਇਹਦੇ ਚ ਪੜ੍ਹੇ ਹੋਏ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਚਰਨਜੀਤ ਸਿੰਘ ਚੰਨੀ ਹੋਰੀ, ਪੋਸਟ ਗ੍ਰੈਜੂਏਟ ਨੇ ਉਹ। ਤੇ ਸਭ ਤੋਂ ਘੱਟ ਪੜ੍ਹੇ ਹੋਏ ਆ ਸੰਗਤ ਸਿੰਘ ਗਿਲਜੀਆਂ, ਜਿਹੜੇ ਹੁਣੇ ਮੰਤਰੀ ਬਣੇ ਆ, ਜੀ 9 ਪਾਸ ਨੇ। ਬਿਲਕੁਲ। ਉਸ ਤੋਂ ਬਾਅਦ ਜੇਕਰ ਰਾਣਾ ਹੋਰਾਂ ਦੀ ਗੱਲ ਕਰੀਏ 10 ਪਾਸ ਨੇ ਰਾਣਾ ਗੁਰਜੀਤ ਸਿੰਘ ਜੀ, ਤੇ OP ਸੋਨੀ ਹੋਰਾਂ ਦੀ ਗੱਲ ਕਰੀਏ 12ਵੀਂ ਪਾਸ ਨੇ ਇਹ, ਰਜ਼ੀਆ ਸੁਲਤਾਨਾ 10ਵੀਂ ਪਾਸ ਨੇ, ਰਾਜਾ ਵੜਿੰਗ ਹੋਰੀ ਵੀ 10ਵੀਂ ਪਾਸ ਨੇ। ਔਰ ਤੁਸੀਂ ਵੇਖੋ ਕਿ ਹੋਰ ਵੀ ਸਾਰਿਆਂ ਦੇ ਵੇਰਵੇ ਜਿਹੜੇ ਉਹ ਸਾਹਮਣੇ ਆਏ ਨੇ ਕਿ ਕਿੰਨੇ ਵੱਡੇ ਵੱਡੇ ਮਹਿਕਮੇ ਇਹਨਾਂ ਸਾਰਿਆਂ ਨੂੰ ਮਿਲੇ ਨੇ, ਪਰ ਪੜ੍ਹਾਈ ਦੇ ਉੱਪਰ ਅੱਜ ਲੋਕ ਜ਼ਰੂਰ ਸਵਾਲ ਕਰ ਰਹੇ ਨੇ ਵੀ ਕੌਣ ਕਿੰਨਾ ਕੁ ਪੜ੍ਹਿਆ ਲਿਖਿਆ। ਦੇਖੋ ਗੱਲ ਇਹ ਆ ਵੀ ਸਭ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਰਾਣਾ ਗੁਰਜੀਤ ਸਿੰਘ ਅੱਗੇ ਆ ਇਸ ਵੇਰਵੇ ਦੇ ਮੁਤਾਬਕ। ਜੋ ਸਭ ਤੋਂ ਘੱਟ ਪੜ੍ਹੇ ਲਿਖੇ ਆ ਉਹ ਗਿਲਜੀਆਂ ਸਾਹਿਬ ਆ। ਸਭ ਤੋਂ ਵੱਧ ਪੜ੍ਹੇ ਲਿਖੇ ਜਿਹੜੇ ਪੋਸਟ ਗ੍ਰੈਜੂਏਟ ਵੀ ਆ, ਜਿਨ੍ਹਾਂ ਨੇ LLB ਵੀ ਕੀਤੀ ਆ, ਕਈ ਹੋਰ ਡਿਗਰੀਆਂ ਕੀਤੀਆਂ, ਉਹ ਚਰਨਜੀਤ ਸਿੰਘ ਚੰਨੀ ਹੋਰੀ ਆ। ਤੇ ਇਹਦੇ ਵਿੱਚ BA ਪਾਸ ਮੰਤਰੀ ਆ ਜਿਹੜੇ, ਉਹਨਾਂ ਦੀ ਗਿਣਤੀ ਕਾਫੀ ਵੱਡੀ ਆ, ਬਹੁ ਗਿਣਤੀ BA ਪਾਸ ਦੀ ਆ, ਗ੍ਰੈਜੂਏਟ ਆ ਜਿਹੜੇ। ਪਰ ਗੱਲ ਇਹ ਆ ਵੀ ਚੁਣਦੇ ਵੀ ਲੋਕ ਆ, ਚੁਣੇ ਵੀ ਲੋਕਾਂ ਨਹੀਂ ਆ। ਮੈਨੂੰ ਚੇਤੇ ਆਉਂਦੀ ਆ ਇੱਕ ਪੁਰਾਣੀ ਗੱਲ, ਕਈ ਵਾਰੇ ਪੁਰਾਣੀ ਗੱਲ ਆ, ਪੰਜਾਬ ਦਾ ਇੱਕ ਮੰਤਰੀ, ਉਹ ਕੋਰਾ ਅਨਪੜ੍ਹ, ਉਹਦੇ ਬਾਬਤ ਇਹ ਵੀ ਗੱਲ ਮਸ਼ਹੂਰ ਸੀ ਵੀ ਪਹਿਲਾਂ ਉਹ 33 ਲਿਖ ਲੈਂਦਾ, ਮਗਰਲੇ ਤੀਏ ਦੇ ਉੱਤੇ ਚੌਕਾ ਪਾ ਲੈਂਦਾ ਤੇ ਮਗਰਲੇ ਪਾਸੇ ਏਕਾ ਪਾ ਲੈਂਦਾ, ਉਹਦਾ ਨਾਮ ਬਣ ਜਾਂਦਾ। ਸੋ ਇਸ ਤਰੀਕੇ ਦਾ ਵੀ ਚੱਲਦਾ ਸੀ। ਸੋ ਇਹ ਸਾਡੇ ਦੇਸ਼ ਦੇ ਵਿੱਚ, ਸਾਡੇ ਸੂਬੇ ਦੇ ਵਿੱਚ ਚੱਲਦਾ ਕੀ ਆ ਆਪਾਂ ਜਾਣਦੇ ਆ। ਪਰ ਫਿਰ ਗੱਲ ਉੱਥੇ ਆ ਜਾਂਦੀ ਹੈ ਵੀ ਜੇਕਰ ਬੰਦਾ ਘੱਟ ਪੜ੍ਹਿਆ ਲਿਖਿਆ ਵੀ ਆ, ਉਹਨੇ ਆਪਦੇ ਕੰਮਾਂ ਦੇ ਨਾਲ ਲੋਕਾਂ ਦੇ ਮਨਾਂ ਵਿੱਚ ਥਾਂ ਬਣਾਉਣੀ ਹੁੰਦੀ ਹੈ। ਤੇ ਜੇਕਰ ਥਾਂ ਬਣਾ ਵੀ ਲੈਣਗੇ ਤਾਂ ਜਿਹੜੇ ਪੜ੍ਹੇ ਲਿਖੇ ਉਹ ਵੀ ਪ੍ਰਭਾਵਿਤ ਹੋਣਗੇ ਵੀ ਯਾਰ ਕਮਾਲ ਕਰਤੀ ਹੈ ਇਸ ਬਾਬੇ ਨੇ, ਤਾਂ ਜੀ ਕਮਾਲ ਕਰਤੀ ਹੈ ਇਸ ਮੰਤਰੀ ਸਾਹਿਬ ਨੇ। ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਅੱਜ ਜਿੰਨਾ ਜ਼ਿਆਦਾ ਕੰਪੀਟੀਸ਼ਨ ਦਾ ਜ਼ਮਾਨਾ ਹੈ ਨਾ, ਉਸ ਜ਼ਮਾਨੇ ਦੇ ਵਿੱਚ ਘੱਟੋ ਘੱਟ ਬੰਦੇ ਦਾ ਗ੍ਰੈਜੂਏਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਿੰਨਾ ਤੁਸੀਂ ਇਸ ਸਮੇਂ ਦੇ ਹਾਣੀ ਬਣੋਗੇ ਉਨਾ ਜ਼ਿਆਦਾ ਚੰਗਾ। ਜਿਹੜੇ ਮਸਲੇ ਨੇ ਉਹ ਤੁਸੀਂ ਹੱਲ ਕਰਨੇ ਨੇ, ਸਾਰੀਆਂ ਲੋਕਾਂ ਦੀਆਂ ਮੁਸ਼ਕਲਾਂ ਤੁਸੀਂ ਹੱਲ ਕਰਨੀਆਂ ਨੇ। ਸੋ ਇਸ ਲਈ ਪੜ੍ਹਾਈ ਲਿਖਾਈ ਨੂੰ ਤਵੱਜੋ ਦੇਣੀ ਜ਼ਰੂਰੀ ਬਣਦੀ ਹੈ। ਦੇਖੋ ਜਦੋਂ ਨਾ ਕੋਈ ਬਿਨਾਂ ਪੜ੍ਹਿਆ ਲਿਖਿਆ ਜਾਂ ਘੱਟ ਪੜ੍ਹਿਆ ਲਿਖਿਆ ਬਹੁਤ ਉਤਲੇ ਰੁਤਬੇ ਤੇ ਚਲਾ ਜਾਂਦਾ, ਹੁਣ ਤਾਂ ਅਸੀਂ ਇਹਨਾਂ ਨੂੰ ਕੀ ਕਹੀਏ, ਅਸੀਂ ਤਾਂ ਪ੍ਰਧਾਨ ਮੰਤਰੀ ਸਾਹਿਬ ਦੀ ਡਿਗਰੀ ਲੱਭਦੇ ਲੱਭਦੇ ਬੁੱਢੇ ਹੋ ਗਏ। ਉਹਨਾਂ ਦੀ ਡਿਗਰੀ ਨਹੀਂ ਲੱਭਦੀ ਸੀ, ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਦੱਸਿਆਗਾ ਵੀ ਡਿਗਰੀ ਹੈਗੀ ਆ। ਹਾਲੇ ਤੱਕ ਉਹ ਰੇਲਵੇ ਸਟੇਸ਼ਨ ਨਹੀਂ ਲੱਭਿਆ ਜਿੱਥੇ ਚਾਹ ਵਿਕਦੀ ਸੀ। ਜਿਹੜਾ ਫੌਂਟ ਸੀ ਡਿਗਰੀ ਦੇ ਉੱਪਰ, ਜਿਹੜੀ ਲਿਖਾਈ ਦੇ ਨਾਲ ਕਹਿ ਲਓ ਲਿਖਿਆ ਗਿਆ ਸੀ, ਕਹਿੰਦੇ ਵੀ ਉਹ ਫੌਂਟ ਆਇਆ ਹੀ ਬਾਅਦ ਚ ਸੀ, ਪਰ ਡਿਗਰੀ ਉਹ ਉਸ ਸਾਲ ਤੋਂ ਪਹਿਲਾਂ ਦੀ ਹੈ। ਸੋ ਰੌਲਾ ਤਾਂ ਉਹਦੇ ਤੇ ਵੀ ਪਿਆ ਸੀ, ਬਹੁਤ ਸਾਰਾ ਰੌਲਾ ਪਿਆ ਸਮੇਂ ਦੇ ਉੱਤੇ। ਪਰ ਬੇਨਤੀ ਇਹੀ ਆ ਵੀ ਚੰਗਿਆਂ ਨੂੰ ਆਪਾਂ ਵੋਟਾਂ ਪਾਈਏ। ਜੇਕਰ ਤੁਹਾਨੂੰ ਘੱਟ ਪੜ੍ਹੇ ਲਿਖੇ ਚੰਗੇ ਲੱਗਦੇ, ਭਾਈ ਉਹਨਾਂ ਨੂੰ ਪਾਈ ਚੱਲੋ। ਵੱਧ ਪੜ੍ਹੇ ਲਿਖੇ ਜੇਕਰ ਤੁਹਾਡੇ ਹਲਕੇ ਦੇ ਵਿੱਚ ਨਹੀਂ ਹੈਗੇ, ਫਿਰ ਤਾਂ ਚਲੋ ਪਾਉਣੀ ਚਾਹੀਦੀ ਇੱਧਰ ਵੋਟ, ਪਰ ਵਕਤ ਦੱਸੂਗਾ ਵੀ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ। ਟਾਣਾ ਸਾਹਿਬ ਜਦੋਂ ਤੋਂ ਸਾਬਕਾ ਮੁੱਖ ਮੰਤਰੀ ਸਾਹਿਬ ਕੈਪਟਨ ਅਮਰਿੰਦਰ ਸਿੰਘ ਹੋਰੀ ਕੁਰਸੀ ਤੋਂ ਪਾਸੇ ਜੇ ਹੋਏ ਨੇ, ਉਦੋਂ ਤੋਂ ਬਹੁਤ ਜ਼ਿਆਦਾ ਐਕਟਿਵ ਹੋ ਗਏ ਨੇ, ਬਹੁਤ ਜ਼ਿਆਦਾ ਉਹ ਹੁਣ ਸਰਗਰਮ ਹੋ ਗਏ ਨੇ, ਗੱਲਾਂ ਬਾਤਾਂ ਬਹੁਤ ਤੇਜ਼ੀ ਦੇ ਨਾਲ ਕਰ ਰਹੇ ਨੇ। ਕਦੀ ਕੋਈ ਟਵੀਟ ਕਰਦੇ ਨੇ, ਕਦੇ ਕੁਛ ਬਿਆਨ ਦਿੰਦੇ ਨੇ, ਕਦੀ ਕੁਛ ਬਿਆਨ ਦਿੰਦੇ ਨੇ। ਉਹ ਕਿਤੇ ਐ ਤਾਂ ਨਹੀਂ ਵੀ ਕੁਰਸੀ ਤੋਂ ਪਾਸੇ ਹੋ ਕੇ ਪੰਜਾਬ ਪ੍ਰਤੀ ਤੇਜ਼ ਜਾਗ ਰਿਹਾ। ਵੈਸੇ ਵੀ ਤੁਸੀਂ ਅਤੀਤ ਦੇ ਵੱਲ ਝਾਤ ਮਾਰ ਕੇ ਦੇਖੋ, ਜਿਹੜਾ ਕੁਰਸੀ ਤੋਂ ਲੈ ਗਿਆ ਪੰਜਾਬ ਦਾ ਫਿਕਰ ਉਹਨੂੰ ਹੀ ਹੋਇਆ। ਬਿਲਕੁਲ ਸਹੀ ਹੈ। ਜਿਹੜਾ ਵੀ ਕੁਰਸੀ ਦੇ ਉੱਤੇ ਬੈਠਾ ਉਹਨੇ ਹਮੇਸ਼ਾ ਇਹ ਗੱਲ ਕਹੀ ਵੀ ਪੰਜਾਬ ਦੇ ਵਿੱਚ ਸਾਰਾ ਕੁਝ ਠੀਕ ਆ, ਪੌਂ 12 ਪੂਰੀਆਂ ਡੁੱਲ ਕੇ ਵਿਕਾਸ ਸਾਹਮਣੇ ਆ ਰਿਹਾ, ਵਿਕਾਸ ਦੀਆਂ ਲਹਿਰਾਂ ਬਹਿਰਾਂ ਲੱਗੀਆਂ ਪਈਆਂ। ਜਦੋਂ ਉਹ ਲੈ ਜਾਂਦਾ ਕੁਰਸੀ ਤੋਂ, ਫਿਰ ਕਹਿੰਦਾ ਮੇਰੇ ਵੇਲੇ ਵਧੀਆ ਸੀ, ਅੱਜ ਦੇਖੋ ਕਿਵੇਂ ਸਤਿਆਨਾਸ਼ ਕੀਤਾ। ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਨੇ ਜੋ ਗੱਲ ਕਹੀ ਉਹ ਮੈਂ ਕੱਲ ਵੀ ਦੱਸੀ ਸੀ। ਉਹ ਕਹਿੰਦੇ ਵੀ ਕਾਂਗਰਸ ਦਾ ਨਾ ਬਹੁਤ ਮਾੜਾ ਹਾਲ ਹੋਇਆ ਪਿਆ, 15 ਸੀਟਾਂ ਵੀ ਨਹੀਂ ਆਉਣੀਆਂ ਇਸ ਹਿਸਾਬ ਦੇ ਨਾਲ। ਕਾਂਗਰਸ ਦੇ ਤਾਂ ਕਲੇਸ਼ ਨਹੀਂ ਮਾਰ ਦੇਣਾ ਇਹਨੂੰ, ਕਾਂਗਰਸ ਨੇ ਕੁਛ ਨਹੀਂ ਕਰਨਾਗਾ, ਕਾਂਗਰਸੀ ਕੁਛ ਨਹੀਂ ਕਰ ਰਹੇ। ਹੁਣ ਮੰਤਰੀ ਆ ਜਿਹੜੇ ਜਾਂ ਬਾਕੀ ਸੰਤਰੀ ਆ ਜਿਹੜੇ, ਉਹਨਾਂ ਦਾ ਕਲੇਸ਼ ਇਹਨਾਂ ਨੂੰ ਲੈ ਡੁੱਬੂਗਾ। ਤੇ ਮੈਂ ਮਨ ਦੇ ਵਿੱਚ ਸੋਚਿਆ ਵੀ ਕਲੇਸ਼ ਖੜਾ ਕਿਹਨੇ ਕੀਤਾ ਜੀ। ਹੁਣ ਕਿਵੇਂ ਕਹੀਏ ਵੀ ਭਾਈ ਉਦੋਂ ਤੁਹਾਡੇ ਵੀ ਕਹਿਣੇ ਚ ਨਹੀਂ ਸੀ। ਚਲੋ ਕੋਈ ਗੱਲ ਨਹੀਂ, ਪਰ ਹੁਣ ਕੈਪਟਨ ਸਾਹਿਬ ਨੇ ਨਵਾਂ ਬਿਆਨ ਦਿੱਤਾ ਹੈ। ਉਹ ਕਹਿੰਦੇ ਪਹਿਲਾਂ ਤਾਂ ਮੈਨੂੰ ਬੜਾ ਕਹਿੰਦੇ ਹੁੰਦੇ ਸੀ ਵੀ ਜਦੋਂ ਵੀ ਕਿਤੇ ਮੀਟਿੰਗ ਲਈ ਜਾਂਦੇ ਸੀ ਦਿੱਲੀ, ਕਦੀ ਅਮਿਤ ਸ਼ਾਹ ਹੋਰਾਂ ਨਾਲ ਮੀਟਿੰਗ ਹੁੰਦੀ ਸੀ, ਕਦੀ ਪ੍ਰਧਾਨ ਮੰਤਰੀ ਸਾਹਿਬ ਨਾਲ ਮੀਟਿੰਗ ਹੁੰਦੀ ਸੀ, ਕਹਿੰਦੇ ਉਦੋਂ ਫਾਟੇ ਰੌਲਾ ਪਾਉਂਦੇ ਹੁੰਦੇ ਸੀ ਵੀ ਇਹ ਵੇਖੋ ਜੀ ਇਹ ਤਾਂ ਭਾਜਪਾ ਨਾਲ ਰਲਿਆ ਹੋਇਆ, ਇਹ ਤਾਂ ਉਹਨਾਂ ਦੀ ਪਾਰਟੀ ਨਾਲ ਮਿਲਿਆ ਹੋਇਆ, ਇਹ ਤਾਂ ਗੱਦਾਰ ਹੈ। ਤੇ ਕਹਿੰਦੇ ਹੁਣ ਦੱਸੋ, ਹੁਣ ਜਦੋਂ ਕਿਉਂਕਿ ਆਪਣੇ ਮੁੱਖ ਮੰਤਰੀ ਸਾਹਿਬ ਚਰਨਜੀਤ ਸਿੰਘ ਚੰਨੀ ਹੋਰੀ ਪਹਿਲਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲ ਕੇ ਆਏ ਹੋਏ, ਹੁਣ ਅਮਿਤ ਸ਼ਾਹ ਹੋਰਾਂ ਨੂੰ ਮਿਲ ਕੇ ਆਏ, ਉਹ ਕਹਿੰਦੇ ਹੁਣ ਦੱਸੋ ਵੀ ਕੀ ਇਹ ਵੀ ਮਿਲਿਆ ਹੋਇਆ ਉਹਨਾਂ ਨਾਲ। ਬਿਲਕੁਲ ਉਹਨਾਂ ਨੇ ਇਹੀ ਨੁਕਤਾ ਚੁੱਕਿਆ। ਉਹ ਕਹਿੰਦੇ ਵੀ ਪਹਿਲਾਂ ਪ੍ਰਧਾਨ ਮੰਤਰੀ ਨੂੰ ਮਿਲੇ ਫੁੱਲਾਂ ਦਾ ਗੁਲਦਸਤਾ ਲੈ ਕੇ, ਤੇ ਹੁਣ ਮਿਲੇ ਹੈਗੇ ਅਮਿਤ ਸ਼ਾਹ ਨੂੰ। ਤੇ ਇਹ ਵੀ ਤਾਂ ਹੀ ਮਿਲਦੇ ਜਾ ਕੇ ਵੀ ਪੰਜਾਬ ਦੇ ਲਈ ਕੋਈ ਨਾ ਕੋਈ ਗੱਫਾ ਦਿਓ,
ਪੰਜਾਬ ਦੇ ਆਹ ਮਸਲੇ ਹੱਲ ਕਰੋ, ਤੇ ਇਹੀ ਮੈਂ ਕਹਿਣ ਜਾਂਦਾ ਸੀ। ਜੀ। ਜੇ ਮੈਂ ਮਾੜਾ ਸੀ ਤੇ ਜਨਾਬ ਜੀ ਆਪ ਮਿਲੇ ਹੋਏ ਹੁਣ, ਆਪ ਚੰਗੇ ਹੋ ਹੁਣ। ਇਸ ਕਰਕੇ ਮੈਂ ਜਦੋਂ ਮਿਲਣ ਜਾਂਦਾ ਸੀ ਪੰਜਾਬ ਦਾ ਫਿਕਰ ਹੀ ਕਰਦਾ ਸੀ। ਉਹਦਾ ਪਤਾ ਲੱਗਾ ਵੀ ਕੈਪਟਨ ਸਾਹਿਬ ਨਾ ਹੁਣ ਬੜੇ ਫਿਕਰੀ ਪਏ ਆ। ਅੱਛਾ ਜੀ। ਉਹ ਕਹਿੰਦੇ ਵੀ ਲਖੀਮਪੁਰ ਵਾਲੀ ਘਟਨਾ ਤੋਂ ਬਾਅਦ ਨਾ ਤਾਂ ਮੈਂ ਸ਼ੀਸ਼ੇ ਦੀ ਗੱਠਜੋੜ ਕਰ ਸਕਦਾ, ਨਾ ਹੀ ਹੁਣ ਭਾਜਪਾ ਦਾ ਰਾਹ ਪੱਧਰਾ ਕਰ ਸਕਦਾ। ਸੋ ਉਹ ਕਹਿੰਦੇ ਵੀ ਕੁਝ ਨਹੀਂ, ਸੋਚਦੇ ਆਪਾਂ ਵੀ ਆਉਂਦੇ ਸਮੇਂ ਦੇ ਵਿੱਚ ਕੀ ਕਰਨਾ, ਪਰ ਕਿਸਾਨੀ ਮਸਲੇ ਹੱਲ ਹੋਣੇ ਚਾਹੀਦੇ ਆ। 7 ਮੋਹਰੀਆਂ ਵਾਲੇ ਬਿਸਕੁਟ ਮੰਗਵਾਉਣਗੇ ਫਿਰ ਤੋਂ? ਮੰਗਵਾਉਣਗੇ ਜੇਕਰ ਕੋਈ ਆਉਂਦਾ ਹੋਇਆ ਤਾਂ। ਜੀ। ਟਾਣਾ ਸਾਹਿਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਗੱਲ ਕੀਤੀ ਹੈ ਤੇ ਆੜੀ ਤਾਂ ਨਹੀਂ ਮੈਂ ਕਹਿ ਸਕਦੀ, ਪਰ ਚਲੋ ਉਹਨਾਂ ਦੇ ਨਾਲਦਿਆਂ ਦੀ ਵੀ ਗੱਲ ਜ਼ਰੂਰ ਕਰ ਲਈਏ। ਨਵਜੋਤ ਸਿੰਘ ਸਿੱਧੂ ਹੋਰਾਂ ਦਾ ਜ਼ਿਕਰ ਕਰਨਾ ਵੀ ਬਣਦਾ। ਦੇਖੋ, ਪਹਿਲੀ ਗੱਲ ਤਾਂ ਇਹ ਆ ਵੀ ਨਾ, ਜਦੋਂ ਮਨ ਦੇ ਉੱਤੇ ਕਿਸੇ ਗੱਲ ਦਾ ਬਹੁਤ ਡੂੰਘਾ ਪ੍ਰਭਾਵ ਪਵੇ, ਗੂੜਾ ਪ੍ਰਭਾਵ ਪੈ ਜੇ, ਉਦੋਂ ਹਾਸੇ ਖੇਡੇ ਵਾਲੀ ਕੋਈ ਗੱਲ ਕਰਨ ਨੂੰ ਚਿੱਤ ਨਹੀਂ ਕਰਦਾ। ਅੱਜ ਸਵੇਰ ਦੇ ਵੇਲੇ ਤੋਂ ਖਬਰਾਂ ਇਹੋ ਜਿਹੀਆਂ ਪੜ੍ਹੀ ਜਾਂਦੇ ਆ ਵੀ ਨਾ ਤਾਂ ਕੋਈ ਗੱਲ ਔੜਦੀ ਹੈ ਇਸ ਵਿਸ਼ੇ ਤੋਂ ਬਿਨਾਂ, ਤੇ ਨਾ ਹੀ ਮੇਰਾ ਖਿਆਲ ਔੜਨੀ ਚਾਹੀਦੀ ਆ, ਕਿਉਂਕਿ ਜੋ ਕੁਝ ਤੁਹਾਡੀ ਜ਼ਿਹਨੀਅਤ ਦੇ ਉੱਤੇ ਅਸਰ ਕਰਦਾ ਵਰਤਾਰਾ, ਤੁਹਾਡੇ ਮੂੰਹ ਦੇ ਵਿੱਚੋਂ ਸ਼ਬਦ ਵੀ ਉਹੋ ਜਿਹੇ ਨਿਕਲਦੇ ਆ। ਬਿਲਕੁਲ। ਸੋ ਅੱਜ ਜੇਕਰ ਕੋਈ ਦਰਸ਼ਕ ਇਹ ਗੱਲ ਕਵੇ ਵੀ ਹਾਸਾ ਠੱਠਾ ਨਹੀਂ ਪੇਸ਼ ਹੋਇਆ, ਅੱਜ ਖਬਰਾਂ ਸਾਰੀਆਂ ਸਿਆਸਤੀ ਹੋ ਗਈਆਂ, ਤਾਂ ਉਹਦੇ ਲਈ ਭਾਈ ਮਾਫੀ, ਤੇ ਅਸੀਂ ਵੀ ਮਨੁੱਖ ਹੀ ਆ। ਜੀ। ਸਾਡੇ ਮਨ ਦੇ ਉੱਤੇ ਵੀ ਉਹੀ ਅਸਰ ਪੈਂਦਾ ਜਿਹੜਾ ਤੁਹਾਡੇ ਮਨ ਦੇ ਉੱਤੇ ਪੈਂਦਾ। ਦੂਜੀ ਗੱਲ ਇਹ ਆ ਵੀ ਨਵਜੋਤ ਸਿੰਘ ਸਿੱਧੂ ਦੇ ਬਾਬਤ ਪਹਿਲਾਂ ਖਬਰਾਂ ਆਉਣ ਲੱਗ ਪਈਆਂ ਵੀ ਛੁੱਟੀ ਹੋ ਗਈ, ਤੇ ਨਵਜੋਤ ਸਿੰਘ ਸਿੱਧੂ ਬਿਲਕੁਲ ਚੁੱਪ। ਆ ਵਿੱਚੋਂ ਜੇ ਹੁਣ ਖਬਰ ਨਿਕਲ ਕੇ ਆਈ ਹੈ ਵੀ ਹਰੀਸ਼ ਰਾਵਤ ਨੇ ਸਿਫਤਾਂ ਦੇ ਪੁਲ ਬੰਨੇ ਆ। ਉਹ ਕਹਿੰਦੇ ਵੀ ਸਿੱਧੂ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਕਿਹਾ ਨਾ ਵੀ ਜੇਕਰ ਪ੍ਰਿਯੰਕਾ ਗਾਂਧੀ ਨੂੰ ਹਿਰਾਸਤ ਦੇ ਵਿੱਚੋਂ ਬਾਹਰ ਨਾ ਕੱਢਿਆ ਤਾਂ ਫਿਰ ਮੈਂ ਵੀ ਆ ਗਿਆ ਤੇ ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਤੇ ਤੁਹਾਡਾ ਜਲੂਸ ਕੱਢਾਂਗੇ ਆ ਕੇ ਯੂਪੀ ਦੇ ਵਿੱਚ। ਉਹ ਕਹਿੰਦੇ ਬਹੁਤ ਵਧੀਆ ਗੱਲ ਆ, ਸ਼ਾਬਾਸ਼। ਅੱਛਾ ਜੀ। ਤੁਹਾਡੇ ਵਰਗੇ ਬੰਦਿਆਂ ਤੋਂ ਅਸੀਂ ਇਹੀ ਆਸ ਕਰਦੇ ਆ। ਉਹ ਕਹਿੰਦੇ ਇਧਰੋਂ ਤੁਸੀਂ ਤੁਰ ਪਿਓ, ਇਧਰੋਂ ਮੈਂ ਆਉਂਗਾ, ਰਾਹ 'ਚ ਮਿਲਦੇ ਆਪਾਂ। ਨਹੀਂ ਉਹ ਤਾਂ ਠੀਕ ਹੈ, ਜੋ ਇਸ ਵੇਲੇ ਵਾਪਰ ਰਿਹਾ ਉਹਦੇ ਬਾਰੇ ਚ ਫਿਕਰ ਤੇ ਜ਼ਿਕਰ ਜ਼ਰੂਰ ਹੋਣਾ ਚਾਹੀਦਾ ਹੈ। ਪਰ ਟਾਣਾ ਸਾਹਿਬ, ਤੁਹਾਨੂੰ ਨਹੀਂ ਲੱਗਦਾ ਵੀ ਜੁਲਾਈ ਦੇ ਪ੍ਰਧਾਨ ਬਣੇ ਹੋਏ ਨੇ ਕਾਂਗਰਸ ਦੇ ਨਵਜੋਤ ਸਿੰਘ ਸਿੱਧੂ, ਪਰ ਉਦੋਂ ਤੋਂ ਸਿਰਫ ਜਾਂ ਤਾਂ ਚੰਨੀ ਹੋਰਾਂ ਦੀ ਬਾਹ ਫੜ ਕੇ ਘੁੰਮਦੇ ਹੋਏ ਨਜ਼ਰ ਆਏ ਨੇ ਜਾਂ ਗੁੱਸੇ ਹੁੰਦੇ ਹੋਏ ਨਜ਼ਰ ਆਏ ਨੇ? ਜਿਹੜਾ ਪ੍ਰਧਾਨ ਦੇ ਤੌਰ ਦੇ ਉੱਪਰ ਕੰਮ ਕਰਨਾ ਚਾਹੀਦਾ ਸੀ, ਜਿਹਦੇ ਉੱਪਰ ਉਹ ਸਦਾ ਪਹਿਲਾਂ ਸਵਾਲ ਚੁੱਕਦੇ ਰਹੇ ਨੇ, ਉਹ ਕੰਮ ਕਿਤੇ ਵੀ ਹੁੰਦਾ ਹੋਇਆ ਨਜ਼ਰ ਨਹੀਂ ਆ ਰਿਹਾ। ਸਿੱਧੂ ਸਾਹਿਬ ਨੇ ਡੀਜੀਪੀ ਵਾਲਾ ਮੁੱਦਾ ਸਹੀ ਚੁੱਕਿਆ, ਕੋਈ ਦੋ ਰਾਇਆ ਨਹੀਂ। ਜੀ। ਸਿੱਧੂ ਸਾਹਿਬ ਨੇ ਐਡਵੋਕੇਟ ਜਨਰਲ ਵਾਲਾ ਮੁੱਦਾ ਚੁੱਕਿਆ, ਇਹ ਵੀ ਗੱਲ ਸਹੀ ਹੈ। ਪਰ ਸਿੱਧੂ ਸਾਹਿਬ ਨੂੰ ਜਿਹੜੀ ਗੱਲ ਦੇ ਲਈ ਪ੍ਰਧਾਨ ਬਣਾਇਆ ਗਿਆ, ਪ੍ਰਧਾਨ ਦਾ ਕੰਮ ਹੁੰਦਾ ਵੀ ਉਹਨੇ ਜਥੇਬੰਦਕ ਇਕਾਈਆਂ ਦਾ ਗਠਨ ਕਰਨਾ, ਜੀ, ਜ਼ਿਲ੍ਹਿਆਂ ਦੇ ਵਿੱਚ ਪਾਰਟੀ ਨੂੰ ਮਜ਼ਬੂਤ ਕਰਨਾ, ਪੂਰੇ ਪੰਜਾਬ 'ਚ ਕਰਨਾ, ਬਲਾਕ ਪੱਧਰ ਦੇ ਉੱਤੇ ਮੀਟਿੰਗਾਂ ਕਰਨੀਆਂ, ਪਾਰਟੀ ਨੂੰ ਇਕਜੁੱਟ ਕਰਨਾ। ਜੇ ਤਾਂ ਨਵਜੋਤ ਸਿੰਘ ਸਿੱਧੂ ਨੇ ਇਹ ਸਾਰੇ ਕੰਮ ਕੀਤੇ ਫਿਰ ਤਾਂ ਭਾਈ ਬਿਲਕੁਲ ਠੀਕ ਆ। ਪਰ ਜੇਕਰ ਉਹ ਇਹ ਆਪਦੇ ਹਿੱਸੇ ਆਉਂਦਾ ਕੰਮ ਕਰਨ ਦੀ ਥਾਂ ਦੇ ਉੱਤੇ ਇਹ ਗੱਲ ਕਹਿੰਦੇ ਵੀ ਮੰਤਰੀ ਫਲਾਣਾ ਬਣਾਇਆ ਜਾਵੇ, ਫਲਾਣਾ ਬਿਲਕੁਲ ਨਾ ਬਣਾਇਆ ਜਾਵੇ, ਫਲਾਣਾ ਮਹਿਕਮਾ ਫਲਾਣੇ ਦੇ ਕੋਲੇ ਹੋਵੇ, ਮੁੱਖ ਮੰਤਰੀ ਫਲਾਣੇ ਨੂੰ ਕਿਉਂ ਬਣਾਤਾ, ਇਹਨੂੰ ਤਾਂ ਇਉਂ ਨਹੀਂ ਸੀ ਕਰਨਾ ਚਾਹੀਦਾ, ਕੈਪਟਨ ਨੂੰ ਲਾ ਦਿਓ, ਉਹਨੂੰ ਰੱਖ ਲਓ, ਇਹਨੂੰ ਐਂ ਕਰ ਦਿਓ, ਉਹਨੂੰ ਐਂ ਕਰ ਦਿਓ, ਤੇ ਜਦੋਂ ਕੋਈ ਗੱਲ ਨਾ ਮੰਨੀ ਜਾਵੇ ਤਾਂ ਫਿਰ ਰੁੱਸ ਕੇ ਬਹਿ ਜਗੇ। ਇਹ ਤੁਹਾਡੇ ਕੰਮ ਖੇਤਰ ਦੇ ਵਿੱਚ ਗੱਲ ਨਹੀਂ ਆਉਂਦੀ, ਕਿਉਂਕਿ ਇਸ ਤੋਂ ਪਹਿਲੇ ਜਿੰਨੇ ਵੀ ਪ੍ਰਧਾਨ ਬਣੇ ਆ ਉਹਨਾਂ ਦੇ ਵੱਲੋਂ ਵੀ ਆਪਣੇ ਕੰਮ ਪਹਿਲਾਂ ਕੀਤੇ ਗਏ ਤੇ ਨਾਲ ਆਪਣੀਆਂ ਰਾਇਆਂ ਪੇਸ਼ ਕੀਤੀਆਂ ਗਈਆਂ। ਦੇਖੋ, ਕੁਝ ਦਿਨਾਂ ਦੇ ਲਈ ਇਹ ਗੱਲ ਕਹੀ ਜਾ ਸਕਦੀ ਆ, ਲੋਕ ਕਹਿੰਦੇ ਵੀ ਆ ਵੀ ਸਿੱਧੂ ਸਾਹਿਬ ਛਾ ਗਏ, 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 ਪਰ ਅਖੀਰ ਦੇ ਉੱਤੇ ਜਦੋਂ ਗੁਣਾ ਘਟਾਓ ਹੋਣੀ ਆ ਨਾ, ਵੀ ਤੁਸੀਂ ਆਪਣੇ ਉਸ ਰੁਤਬੇ ਦੇ ਉੱਤੇ ਬੈਠੇ ਆ, ਕਿਹੜੇ ਕੰਮ ਕੀਤੇ ਆ, ਇਹਦਾ ਵੀ ਮੁਲਾਂਕਣ ਹੋਣਾ ਜੀ। ਨਾਲੇ ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ ਕਿ ਸਮਾਂ ਬਹੁਤ ਥੋੜਾ ਹੈ, ਇਹ ਕੋਈ ਹਾਲੇ 5 ਸਾਲ ਨਹੀਂ ਪਏ ਹੈਗੇ ਵੀ ਕੋਈ ਗੱਲ ਨਹੀਂ ਹੌਲੀ ਕੰਮ ਹੋ ਜਾਊਗਾ। ਸਮਾਂ ਬਹੁਤ ਥੋੜਾ ਹੈ ਤੇ ਇਸ ਸਮੇਂ ਦੇ ਵਿੱਚ ਹੀ ਖੁਦ ਨੂੰ ਸਾਬਤ ਕਰਨਾ ਪਊਗਾ, ਨਹੀਂ ਤਾਂ ਮੁੜ ਕੇ ਹੱਥ ਕੁਝ ਨਹੀਂ ਆਉਣਾ। ਬਿਲਕੁਲ ਸਹੀ। ਤੇ ਆਪਾਂ ਹੁਣ ਇਹਨਾਂ ਗੱਲਾਂ ਦੇ ਨਾਲ ਹੀ ਚੱਲੀਏ, ਪ੍ਰੋਗਰਾਮ ਸਮੇਟੀਏ। ਹਾਂ ਬਿਲਕੁਲ, ਆਪਾਂ ਚੱਲਦੇ ਹਾਂ, ਪਰ ਪਹਿਲਾਂ ਇੱਕ ਸਵਾਲ ਕਰ ਲਓ ਦਰਸ਼ਕਾਂ ਨੂੰ। ਜੀ ਟਾਣਾ ਸਾਹਿਬ, ਹੁਣ ਇੱਕ ਐਤਕੀ ਆਪਾਂ ਗੰਭੀਰ ਸਵਾਲ ਪੁੱਛਦੇ ਹਾਂ। ਹੁਣ ਤੱਕ ਆਪਾਂ ਸੁਣਦੇ ਰਹੇ ਹਾਂ ਕਿ ਬੇਅਦਬੀ ਦਾ ਮੁੱਦਾ ਕਿਵੇਂ ਸਿਆਸਤਦਾਨਾਂ ਦੇ ਵੱਲੋਂ ਵਰਤਿਆ ਗਿਆ, ਮੈਂ ਕਹੂੰਗੀ, ਕਿਉਂਕਿ ਹਰ ਇੱਕ ਨੇ ਉਹਦੀ ਗੱਲ ਕੀਤੀ ਪਰ ਇਨਸਾਫ ਨਹੀਂ ਮਿਲਿਆ। ਸੋ ਆਪਾਂ ਆਪਣੇ ਪਰਿਵਾਰਕ ਜੀਆਂ ਨੂੰ ਪੁੱਛਦੇ ਹਾਂ ਵੀ ਕੀ ਤੁਹਾਨੂੰ ਬੇਅਦਬੀ ਕਾਂਡ ਦੇ ਵਿੱਚ ਇਨਸਾਫ ਮਿਲਣ ਦੀ ਆਸ ਹੈ ਜਾਂ ਫਿਰ ਨਹੀਂ। ਸੋ ਇਸ ਗੱਲ ਦਾ ਜਵਾਬ ਸਾਨੂੰ ਜ਼ਰੂਰ ਦਿਓ ਪ੍ਰਤੀਕਿਰਿਆ ਦੇ ਰੂਪ ਦੇ ਵਿੱਚ। ਫਿਲਹਾਲ ਦੇ ਲਈ ਦੋਵਾਂ ਨੂੰ ਇਜਾਜ਼ਤ, ਆਪਾਂ ਫਿਰ ਮਿਲਾਂਗੇ। ਸਤਿ ਸ਼੍ਰੀ ਅਕਾਲ, ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਹਾਜ਼ਰ ਹੈ ਜੱਜ ਦਾ ਵਿਚਾਰ।